ਦੀ ਸਿੱਖਿਆ ਲਈ ਆਪਣੇ ਕਲਸਟਰਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਕਰ ਸਕਦੇ ਹਨ। ਉਹਨਾਂ ਦੇ ਕੰਮ ਨੂੰ ਕੁਸ਼ਲਤਾ ਨਾਲ ਪ੍ਰਬੰਧਨ ਕਰਨ ਲਈ ਹੁਨਰ ਪ੍ਰਦਾਨ ਕਰਨਾ ਅਤੇ ਉਹਨਾਂ ਦੇ ਕਲਸਟਰ ਦੇ ਆਪਾਂ ਨੂੰ ਵਧੀਆ ਪ੍ਰਦਰਸ਼ਨ ਲਈ ਸਹਾਇਤਾ ਕਰਨਾ ਵਰਗੇ ਉਦੇਸ਼ਾਂ ਦੀ ਪੂਰਤੀ ਲਈ CST ਸਮੂਹਾਂ ਦਾ ਗਠਨ ਕੀਤਾ ਗਿਆ। ਇਹਨਾਂ ਜ਼ਿੰਮੇਵਾਰੀਆਂ ਦੇ ਨਾਲ ਡਾਟਾ ਪ੍ਰਬੰਧਨ, ਪ੍ਰਭਾਵੀ ਸੰਚਾਰ, ਪ੍ਰਮੁੱਖ ਸਹੂਲਤ ਮੀਟਿੰਗਾਂ ਨਾਲ ਸੰਬੰਧਿਤ ਕੰਮ ਹੁੰਦੇ ਹਨ। CSTs ਨਾਲ ਸਾਡੀ ਗੱਲਬਾਤ ਵਿੱਚ ਅਸੀਂ ਆਨਲਾਈਨ ਡਾਟਾ ਪ੍ਰਬੰਧਨ ਕਾਰਜ मिली ना पहला ज्योति का बॉम्बे मुंबई महाराष्ट्र और यूपीटर तो चले गए तो उन्होंने कोर्स पूरा हो गया। कोर्स जो करते वो सर आप करते हैं उसके गल समझा रहा है बाद ठीक है करना की है जी और वो सीट पहुँच गया। अच्छा करियो जैसमीन हाँ की करेंगे जी अपन ना और पेंसिल हैगी पेंसिल या पेन से यूज कर सकते अपने नीचे रजिस्टर रख लो सर तुम रजिस्टर रख लो सर वो करा दो तो दो नहीं दे दो देना और ये डबल डबल कर दो सीटिंग में सब नहीं सर ये सीट नहीं यूज कर अपने दोनों शीट आती है और ठीक है दोनों सीट बहुत सौखा है मतलब हां सर है ना मुझे दो जैस्मिन ਤੁਸੀਂ ਵੀ ਲੈ ਸਕਦੇ ਹੋ ਹਾਂ ਉਹ ਤੁਸੀਂ ਆਪਣਾ ਕਰ ਲਓ ਤੁਹਾਡੀ ਟ੍ਰੇਨਿੰਗ ਮਿਲ ਗਈ ਤੁਸੀਂ ਇੱਥੇ ਬੈਠਣਾ ਕਰਦੀ ਹੈ ਠੀਕ ਹੈ ਕੀ ਕਰਨਾ ਜੀ ਕਿ ਚੌਰਸ ਡੱਬਾ ਬਣਾਉਣਾ बड़ा है मैं दस देना शीट दियो जैस्मिन मैं ਇੱਥੇ ਲੈਣਾ ਲੈ ਲਓ ਤੁਸੀਂ मैं ਇਹਦੇ ਤੇ ਕਰਕੇ ਦੇ ਦੂੰ मतलब ਆਪਣੇ ਕੋਲ ਆਹ A4 ਦਾ ਸ਼ੀਟ ਹੈ ਇਹਦਾ ਹਾਫ ਕਰ ਲੈਣਾ ਤੁਸੀਂ ਇਹਦਾ ਤਾਂ ਹਾਫ ਕਰੋਗੇ ਪਲਾਨ ਆ ਤਾਂ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਚੌਰਸ ਡੱਬਾ ਬਣਾਉਣਾ ਠੀਕ ਹੈ ਤੇ ਇੱਕ ਜਿਵੇਂ ਦੱਸਦਾ ਅੱਗੇ ਕੀ ਕਰਨਾ ਡੱਬੇ ਦੇ ਬਾਹਰ ਇੱਕ ਥੱਲੇ मतलब दो एक लाइना बना लेनियां क्रॉस कर दी लाइन कहता ठीक है आज आप की कर जा रहे हैं समय की वंड करनी सीखने जा रहे हैं मतलब जिन्नी कि मैं आती है जो थोड़ा कोई पसंद आए तो बात बेहतर मैं दस दो मैंने तो इतना के पता ठीक है तो डब्बे के बाहर लिखना की है जिदा डब्बे के बाहर थले लिखना है इंपॉर्टेंट जरूरी या इंपॉर्टेंट जो तुम लगता सौखा इंपॉर्टेंट लिखना मतलब जरूरी का मतलब इंग्लिश की होता है इंपॉर्टेंट महत्वपूर्ण की होता है मतलब तुम इंपॉर्टेंट भी लिख सकते हो महत्वपूर्ण भी लिख सकते हो जरूरी भी लिख सकते हो कितने लिखना जी है डब्बे के बाहर थले है ना डब्बे के थले खब्बे पासे की लिखना है तुरंत जी एकदम जिवें सामने फोन करिया तुरंत वो तुरंत वाला जिन्होंने कहते हैं अर्जेंसी अर्जेंट काम है जोड़ा है ना आधे काम लिखना चाहिए मैं दसदा कि ऐदा तुम बना लो दिख रहा है जैस्मिन ने PPT भी कॉपी की थी ना मैं इसे पे की एक ही करना अच्छा दूसरी भी हाँ PPT भी थी ओ कितने पेन बैग अभी कर थोड़ा जो उसमें चेंज किया
बन गया जी। इंस्टॉल करना, इसको दूसरा करके देखो, ओपन लिंक करके। ठीक है, कोई गल नहीं, मैं उधर बोलना। ठीक है जी, बन गया सर। तो साढ़े को कितने 4 खाने बन गए ने, 4 खाने बन गए ने। तो आप खब्बे साइड लिख लिया अर्जेंट, नीचे लिख लिया इंपॉर्टेंट, मतलब जरूरी ते तुरंत। तो साਡਾ ਜਿਹੜਾ ਸਮਾਂ ਹੁੰਦਾ ਹੈ ਘੱਟੋ ਘੱਟ 2 ਚੀਜ਼ਾਂ ਨਾਲ ਹੁੰਦਾ, ਇੱਕ ਤਾਂ ਜ਼ਰੂਰੀ ਹੁੰਦੀਆਂ ਚੀਜ਼ਾਂ, ਇੱਕ ਹੁੰਦੀ ਅਰਜੈਂਟ, ਔਰ ਇੱਕ ਹੁੰਦੀ ਇੰਪੋਰਟੈਂਟ, ਇੱਕ ਹੁੰਦੀ ਅਰਜੈਂਟ। ਇਸ ਤੋਂ ਇਲਾਵਾ ਵੀ ਕੋਈ ਚੀਜ਼ ਹੁੰਦੀ ਹੈ ਸਮੇਂ ਦੇ ਇਲਾਵਾ? ਮੋਟਾ ਮੋਟਾ ਤਾਂ ਇਹੀ ਹੁੰਦਾ। ਜੇ ਕੁਝ ਹੋਰ ਤੁਹਾਨੂੰ ਲੱਗਦਾ ਹੈ ਵੀ ਅਸੀਂ ਸਾਰਾ ਦਿਨ 'ਚ ਜਿਹੜੇ ਕੰਮ ਕਰਦੇ ਆ ਜਾਂ ਮਹੀਨੇ ਦੇ ਜਿਹੜੇ ਕੰਮ ਹੁੰਦੇ ਆ, ਦੋ ਕੈਟੇਗਰੀ ਵਿੱਚ ਡਿਵਾਈਡ ਹੁੰਦੇ ਆ। ਪਹਿਲੀ ਜ਼ਰੂਰੀ, ਦੂਸਰੀ ਤੁਰੰਤ। ਮੈਨੂੰ ਤੁਰੰਤ ਸ਼ਬਦ ਲੱਭਿਆ ਸੀ, ਉਹ ਤੁਹਾਨੂੰ ਜੇ ਕੁਝ ਲੱਗਦਾ ਉਹਦਾ ਬਦਲ ਹੈਗਾ ਤੇ ਤੁਰੰਤ ਤੇ ਉਹਨੂੰ ਬਦਲ ਜਿਹੜਾ ਇਮੀਡੀਏਟਲੀ ਜਿਹੜਾ ਕੰਮ ਆ ਜਾਂਦਾ ਅਰਜੈਂਟ, हाँ जी, ਇੱਕਦਮ ਕਰੋ। ਹਾਂ ਇੱਕਦਮ, ਮਤਲਬ ਤੁਰੰਤ ਵਰਡ ਘੁੰਮਾ ਜਾਏਗਾ। ਪੰਜਾਬੀ 'ਚ ਮੈਨੂੰ ਸ਼ਬਦ ਘੱਟੇ ਲੱਗਦੇ ਹੁੰਦੇ ਆ, ਸਾਡੇ ਜਿਹੜੇ ਲੱਭੇ ਹੈ ਜੀ। ਅਰਜੈਂਟ ਦਾ ਜ਼ਰੂਰੀ ਨਹੀਂ ਜ਼ਰੂਰੀ ਤਾਂ ਫਿਰ ਉਹੀ ਹੈ ਇੰਪੋਰਟੈਂਟ। ਜ਼ਰੂਰੀ ਉਹ ਚੀਜ਼ ਹੈ ਜਿਹਦੇ ਬਿਨਾ ਰਹਿ ਹੀ ਨਹੀਂ ਜਾ ਸਕਦਾ, ਮਤਲਬ ਉਹਦਾ ਤਾਂ ਇਮੀਡੀਏਟਲੀ ਕਰਦਾ ਹੈ ਜੀ। ਉਹਦਾ ਇਮੀਡੀਏਟਲੀ ਨਹੀਂ ਜ਼ਰੂਰੀ ਦੇਖੋ ਹੁਣ ਖਾਣਾ ਖਾਣਾ ਹੈ, ਖਾਣਾ ਛੱਡ ਸਕਦੇ ਆਪਾਂ, ਉਹ ਅਰਜੈਂਟ ਹੈ ਕਿ ਜ਼ਰੂਰੀ ਹੈ? ਨਹੀਂ ਜ਼ਰੂਰੀ ਹੈ। ਜੇ ਤੁਸੀਂ ਪਾਣੀ ਪੀਣਾ ਛੱਡ ਦੋਗੇ ਤਾਂ ਸਾਡਾ ਸਰੀਰ ਢਲ ਜੂਗਾ, ਖਤਮ ਹੋ ਜੂਗਾ। ਉਹ ਜ਼ਰੂਰੀ ਹੈ, ਉਹ ਅਰਜੈਂਟ ਨਹੀਂ ਹੈਗਾ। ਉਹ ਅਰਜੈਂਟ ਤਾਂ ਅਸੀਂ ਕਰ ਮਤਲਬ ਉਹਦਾ ਹੈ ਅਸੀਂ ਭੱਜ ਕੇ ਆਏ ਆ ਫਿਰ ਪਾਣੀ ਪੀਣਾ ਹੈ ਨਾ, ਉਹ ਉਸ ਟਾਈਮ ਲਈ ਉਹ ਜ਼ਰੂਰ ਅਰਜੈਂਟ ਹੋ ਸਕਦਾ, ਬਟ ਉਹ ਓਵਰਆਲ ਕੀ ਆ, ਉਹ ਜ਼ਰੂਰੀ ਹੈ, ਨੀਡ ਹੈ ਸਾਡੀ ਬੇਸਿਕ ਹੈ ਨਾ। ਮਤਲਬ ਕਲੀਅਰ ਹੈ ਜੀ। 2 ਭਾਗਾਂ 'ਚ ਵੰਡ ਲੈਂਦੇ ਹਾਂ ਆਪਾਂ। ਜਿਹੜਾ ਸਮਾਂ ਆ, ਸਮੇਂ ਦੀ ਜਿਹੜੀ ਵੰਡ ਹੈ ਉਹਨੂੰ ਆਪਾਂ 2 ਤਰੀਕੇ ਨਾਲ ਵੰਡ ਰਹੇ ਹਾਂ। ਤਾਂ ਹੁਣ ਕੀ ਕਰਾਂਗੇ ਆਪਾਂ, ਮੈਂ ਤੇ ਨੋ ਲਿਖਿਆ ਹੋਇਆ। ਯੈਲੋ ਮਤਲਬ ਇਹਦਾ ਵੀ ਨੋ, ਬਲੈਕ ਮਤਲਬ ਤੁਰੰਤ ਦਾ ਵੀ ਨੋ। ਤੇ ਹੁਣ ਆਪਾਂ ਉਹ ਚੀਜ਼ਾਂ ਆਇਡੈਂਟੀਫਾਈ ਕਰਾਂਗੇ, ਉਹ ਕੰਮ ਆਇਡੈਂਟੀਫਾਈ ਕਰਾਂਗੇ ਜਿਹੜੇ ਕਿ ਨਾ ਤਾਂ ਅਰਜੈਂਟ ਹੁੰਦੇ ਆ ਤੁਹਾਡੇ ਜੀਵਨ ਦੇ ਵਿੱਚ, ਤੇ ਨਾ ਹੀ ਉਹ ਜ਼ਰੂਰੀ ਹੁੰਦੇ ਆ, ਇੰਪੋਰਟੈਂਟ ਹੁੰਦੇ ਆ। ਤਾਂ ਆਪਾਂ 1 ਬਾਏ 1 ਸ਼ੁਰੂ ਕਰਦੇ ਹਾਂ ਤੇ ਸਭ ਤੋਂ ਸ਼ੁਰੂ ਕਰ ਲੈਂਦੇ ਹਾਂ। ਸਰ ਆਪਾਂ ਨੇ ਤੁਸੀਂ ਆਪਣੇ ਖਾਨੇ 'ਚ ਲਿਖ ਲੈਣੇ ਇੱਥੇ ਜਿਹੜੇ ਉਹ ਕੰਮ ਜਿਹੜੇ ਨਾ ਤਾਂ ਜ਼ਰੂਰੀ ਆ ਤੁਹਾਨੂੰ ਲੱਗਦਾ ਨਾ ਅਰਜੈਂਟ, ਪਰ ਕਰਨੇ ਪੈ ਰਹੇ, ਕਰਨੇ ਪੈਂਦੇ ਆ, ਜਾਂ ਤੁਸੀਂ ਕਰ ਰਹੇ ਹੋ ਡੇਲੀ ਕਰ ਰਹੇ ਜਾਂ ਹਫ਼ਤੇ ਬਾਅਦ ਕਰ ਰਹੇ ਹੋ। ਕੋਈ ਵੀ ਦੱਸਣਾ ਚਾਹੇ ਇੱਥੋਂ ਵੀ ਸਟਾਰਟ ਕਰ ਸਕਦਾ ਕੋਈ ਵੀ। ਨਾ ਤਾਂ ਜ਼ਰੂਰੀ ਹੈ ਨਾ ਤਾਂ ਉਹ ਤੁਰੰਤ ਹੈ, ਮਤਲਬ ਉਹਦੇ ਨਾਲ ਸਾਥ ਸਕਦਾ। ਜੋ ਕਰੀਏ ਨਾ ਤਾਂ ਜ਼ਿੰਦਗੀ ਸਾਡੀ ਬਹੁਤ ਵਧੀਆ ਚੱਲ ਸਕਦੀ ਹੈ, ਬਟ ਉਸ ਕਰਦੇ ਹਾਂ मतलब सर सोशल मीडिया, इंस्टाग्राम, इंस्टाग्राम में लिखो तुसी लिखो सर, बट ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਕੋਈ ਵੀ ਸਭ ਜ਼ਿੰਦਗੀ ਚਾਹੇ ਮਹਿਕਮੇ ਨਾਲ ਸੰਬੰਧਿਤ ਹੈ, ਚਾਹੇ ਤੁਹਾਡੇ ਘਰ ਨਾਲ ਸੰਬੰਧਿਤ ਹੈ, ਤੁਹਾਡੇ ਆਪਣੇ ਪਰਸਨਲ ਨਾਲ ਸੰਬੰਧਿਤ ਹੈ, ਜਿੱਦਾਂ ਵੀ ਤੁਹਾਨੂੰ ਲੱਗਦਾ ਵੀ ਉਹਦਾ ਕਿਹਦਾ ਸਾਥ ਸਕਦਾ। ਇਹ ਇਹਨਾਂ ਲਈ ਜ਼ਰੂਰੀ ਨਹੀਂ ਹੋ ਸਕਦਾ, ਸਾਡੇ ਲਈ ਕਰ ਸਕਦਾ। ਹਾਂ ਮੈਂ ਉਹੀ ਗੱਲ ਕਹਿ ਰਿਹਾ ਸਰ। ਕਦੇ ਵੀ ਵਾਪਸ ਨਹੀਂ ਆਉਂਦਾ ਜੀ। ਅਸੀਂ ਕਿੰਨਾ ਆਪਣਾ ਸਮਾਂ ਇਹ ਸੋਚਣ ਤੇ ਬਰਬਾਦ ਕਰ ਦਿੰਦੇ ਹਾਂ ਕਿ ਅਸੀਂ ਆਪਣਾ ਸਮਾਂ ਬਰਬਾਦ ਕਿਉਂ ਕਰ ਰਹੇ ਹਾਂ। ਮਤਲਬ ਜੇ ਅਸੀਂ ਗੱਲ ਕਰੀਏ ਸਮੇਂ ਤੋਂ ਕੀਮਤੀ ਚੀਜ਼ ਕਿਆ ਹੈ? ਕੋਈ ਨਹੀਂ। ਕੋਈ ਬੰਦਾ ਕਿੰਨਾ ਵੀ ਅਮੀਰ ਹੋ, ਜਿੰਨਾ ਕਿੰਨਾ ਵੀ ਪੈਸਾ ਹੋ, ਸਮਾਂ ਨਹੀਂ ਹੈ। ਮਤਲਬ ਇਸ ਚੀਜ਼ ਦਾ ਕੋਈ ਦੋ ਰਾਏ ਨਹੀਂ ਹੈ ਨਾ। ਤੇ ਲੰਘਿਆ ਜਿਹੜਾ ਸਮਾਂ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਅਕਸਰ ਵੀ ਉਹ ਸਮਾਂ ਤਾਂ ਐਂ ਕਰ ਨਹੀਂ ਸਕਿਆ, ਬਟ ਅਸੀਂ ਕੀ ਵਾਪਸ ਲਿਆ ਸਕਦੇ ਹਾਂ? ਨਹੀਂ ਲਿਆ ਸਕਦੇ। ਸਾਡੇ ਕੋਲ ਤਾਂ ਹੁਣੀ ਹੈ, ਜੋ ਹੋਣਾ ਹੈ ਤੇ ਹੋਣਾ ਪੜ, ਜਾਂ ਅਸੀਂ ਆਉਣ ਵਾਲਾ ਜਿਹੜਾ ਇੱਕ ਦਿਨ ਦੇਖ ਸਕਦੇ ਹਾਂ, ਨਾ ਅਸੀਂ
ਪੂਰਾ ਮਹੀਨਾ ਦੇਖ ਸਕਦੇ ਹਾਂ ਨਾ ਅਸੀਂ ਪੂਰਾ ਅਗਲੇ ਸਾਲ ਕੀ ਹੋਊਗਾ ਉਹ ਨਹੀਂ ਦੇਖ ਸਕਦੇ ਸਾਡੇ ਕੋਲ ਹੁਣ ਭਾਗ ਹੈ ਨਾ ਤੇ ਮਤਲਬ ਜਿਸ ਸਭ ਤੋਂ ਵੱਡੀ ਚੀਜ਼ ਸਾਡਾ ਮਤਲਬ ਦੁਕਾਨ ਕੀ ਹੈ ਅਸੀਂ ਕਿਸ ਚੀਜ਼ ਤੇ ਫੋਕਸ ਕਰਦੇ ਹਾਂ ਵੀ ਅਸੀਂ ਕਿੰਨਾ ਸਮਾਂ ਇਹ ਸੋਚਣ ਤੇ ਬਰਬਾਦ ਕਰ ਦਿੰਦੇ ਹਾਂ ਵੀ ਅਸੀਂ ਆਪਣਾ ਸਮਾਂ ਬਰਬਾਦ ਕਿਉਂ ਕਰ ਰਹੇ ਹਾਂ ਹੁੰਦਾ ਨਾ ਤੇ ਮਤਲਬ ਅਸੀਂ ਇਹੀ ਸੋਚਦੇ ਰਹਿੰਦੇ ਹਾਂ ਯਾਰ ਮੇਰਾ ਸਮਾਂ ਆ ਬਰਬਾਦ ਹੋ ਗਿਆ ਸਾਰਾ ਦਿਨ ਹੀ ਲੱਗ ਗਿਆ ਅੱਜ ਤੱਕ ਕੁਝ ਵੀ ਨਹੀਂ ਹੁੰਦਾ ਅੱਜ ਤਾਂ ਅਸੀਂ ਕੁਝ ਕਰਦੇ ਰਹੇ ਜਦ ਕਿ ਮਨ ਨੂੰ ਸਾਡੇ ਨੂੰ ਪਤਾ ਹੁੰਦਾ ਵੀ ਸਮਾਂ ਬਰਬਾਦ ਹੋ ਰਿਹਾ ਤੇ ਐਂਡ ਤੇ ਰਿਜ਼ਲਟ ਕੀ ਨਿਕਲਦਾ ਅਸੀਂ ਇਹੀ ਸੋਚ ਕੇ ਆਪਣੇ ਆਪ ਨੂੰ ਕੋਸ ਦਿੰਦੇ ਆ ਯਾਰ ਸਮਾਂ ਪਤਾ ਨਹੀਂ ਕਿਉਂ ਬਰਬਾਦ ਹੋ ਗਿਆ ਸਮਾਂ ਮੇਰਾ ਇੰਨਾ ਸਮਾਂ ਤਾਂ ਕਿੱਥੇ ਗਿਆ ਪਤਾ ਹੀ ਨਹੀਂ ਗਿਆ ਸਾਰਾ ਦਿਨ ਹੋ ਗਿਆ ਹੈਨਾ ਐਕਚੁਅਲੀ ਇਹ ਚੀਜ਼ ਇਹ ਹੈ ਕਿ ਉਹ ਸਾਡਾ ਮਨ ਸਾਡਾ ਦਿਮਾਗ ਸਾਨੂੰ ਚੇਤੇ ਕਰਾਉਂਦਾ ਰਹਿੰਦਾ ਵੀ ਤੁਸੀਂ ਪ੍ਰਬੰਧਨ ਨਹੀਂ ਕਰ ਪਾ ਰਹੇ ਗੱਲ ਇਹ ਹੈ ਕਿ ਪ੍ਰਬੰਧਨ ਕਰੋ ਮੈਨੇਜਮੈਂਟ ਕਰੋ ਅਸੀਂ ਉਹਨੂੰ ਗੌਲਾ ਕਰਦੇ ਨੇ ਐਂਡ ਡੇ ਦੇ ਨਾ ਆਖਰੀ ਦਿਨ ਪਲ ਦੇ ਵਿੱਚ ਕੋਈ ਨਹੀਂ ਕੱਲ ਦਾ ਕੱਲ ਦੇਖਾਂਗੇ ਹੁੰਦਾ ਨਾ ਕੋਈ ਇਹ ਕੋਈ ਦੋ ਹੈ ਤਾਂ ਸਰ ਮਤਲਬ ਅਸੀਂ ਕਰਦੇ ਹਾਂ ਤਾਂ ਅਕਸਰ ਸਾਨੂੰ ਸ਼ਾਮ ਨੂੰ ਇਹ ਚੇਤੇ ਆਉਂਦਾ ਵੀ ਉਹ ਕੰਮ ਤਾਂ ਰਹੇਗਾ ਹਨਾ ਸਮਾਂ ਤੱਕ ਗਿਆ ਨੈਕਸਟ ਕਰੇ ਅਰੇ ਅਸਲ ਵਿੱਚ ਜਿਹੜੀਆਂ ਤਿੰਨ ਚੀਜ਼ਾਂ ਹੈਗੀਆਂ ਸਮੇਂ ਦੇ ਨਾਲ ਜੁੜੀਆਂ ਹੋਈਆਂ ਕਿ ਜਿਹੜਾ ਸਮਾਂ ਇੰਪੋਰਟੈਂਟ ਰੋਲ ਪਲੇ ਕਰਦਾ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੰਮ ਦੇ ਵਿੱਚ ਸਾਡੇ ਘਰ ਦੇ ਕੰਮ ਹੋਣ ਚਾਹੇ ਦਫ਼ਤਰੀ ਕੰਮ ਜਾਂ ਸਾਡੀ ਓਵਰਆਲ ਜ਼ਿੰਦਗੀ ਦੇ ਉਹਦੇ ਵਿੱਚ ਜਿਹੜੀਆਂ ਮਤਲਬ ਜਿਹੜੀ ਚੀਜ਼ਾਂ ਮੇਰੇ ਲਈ ਕੰਮ ਕਰਦੀਆਂ ਉਹਦੇ ਵਿੱਚ ਜਿਹੜੀ ਚੀਜ਼ਾਂ ਕੱਢੀਆਂ ਪਹਿਲੀ ਹੈਗੀ ਆ ਕਿ ਸਮਾਂ ਕੀ ਹੈ ਸਮਾਂ ਐਲੋਕੇਸ਼ਨ ਆਫ ਟਾਈਮ ਵੀ ਅਸੀਂ ਸਮਾਂ ਵੰਡਦੇ ਹਾਂ ਸੋਚ ਕੇ ਘਰ ਤੋਂ ਚੱਲਦੇ ਹਾਂ ਵੀ ਇੰਨਾ ਸਮਾਂ ਮੈਨੂੰ ਘਰ ਤੋਂ ਸਕੂਲ ਜਾਣ ਨੂੰ ਲੱਗਦਾ ਮੋਟਾ ਬਸ ਲਿਖਦੇ ਕਿਤੇ ਨਹੀਂ ਅਸੀਂ ਮੋਟਾ ਦਿਮਾਗ 'ਚ ਲੈ ਕੇ ਚੱਲਦੇ ਹਾਂ ਤੇ ਸਕੂਲ ਦੇ ਵਿੱਚ ਆਹ ਕੰਮ ਕਰਨ ਨੂੰ ਮੈਨੂੰ ਇੰਨਾ ਕੁ ਟਾਈਮ ਲੱਗੂਗਾ ਜਿਵੇਂ ਕਿਸੇ ਨੂੰ ਕਾਲ ਕਰਨੀ ਤਾਂ 10 ਮਿੰਟ ਲੱਗਣਗੇ ਕਾਲ ਕਰਕੇ ਮੈਂ ਆਪਣਾ ਸਮਝਾ ਦੂੰਗਾ ਡਾਟਾ ਮੈਨੂੰ ਲਿਖਣ ਨੂੰ ਇੰਨਾ ਟਾਈਮ ਲੱਗੂਗਾ ਮਤਲਬ ਕੀ ਐਲੋਕੇਸ਼ਨ ਹੈ ਸਾਡਾ ਦਿਮਾਗ ਹੈ ਨਾ ਮਤਲਬ ਰੈਂਡਮ ਐਲੋਕੇਸ਼ਨ ਕਰਦਾ ਰਹਿੰਦਾ ਹੈ ਨਾ ਇੱਕ ਤਾਂ ਇਹ ਹੈ ਕਿ ਹੈ ਨਾ ਜਿਹੜੀ ਚੀਜ਼ ਇਹਨੂੰ ਹੁਣ ਸਿੱਖਾਂਗੇ ਕਿੱਦਾਂ ਨੂੰ ਬਿਹਤਰ ਤਰੀਕੇ ਨਾਲ ਕਿੱਦਾਂ ਕਰ ਸਕਦੇ ਹਾਂ ਉਹਦੇ ਤੇ ਗੱਲ ਕਰਾਂਗੇ ਦੂਸਰਾ ਹੈਗਾ ਟਾਈਮ ਇਜ਼ ਐਨਰਜੀ ਜੇ ਇਹਦੇ ਬਾਰੇ ਮੈਂ ਕਦੇ ਬਾਤਾਂ ਨਹੀਂ ਦੱਸੂਗਾ ਕਿ ਜਦੋਂ ਅਸੀਂ ਤੇ ਗੱਲ ਕਰਾਂਗੇ ਸ਼ਾਇਦ ਉਹਦੇ ਗੱਲਾਂ ਨਿਕਲ ਕੇ ਆਉਣਗੀਆਂ ਤੁਹਾਨੂੰ ਸਮਝ ਆ ਜਾਏਗਾ ਤੇ ਜੇ ਤੁਹਾਨੂੰ ਲੱਗਦਾ ਵੀ ਟਾਈਮ ਇਸ ਐਨਰਜੀ ਦੇ ਉੱਤੇ ਤੁਹਾਨੂੰ ਕੁਝ ਪਤਾ ਹੈਗਾ ਤੇ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਦੱਸ ਸਕਦੇ ਹੋ ਬਟ ਸਰ ਤੁਸੀਂ ਵੀ ਮੈਂ ਆਪ ਸਰ ਸਮਝਾ ਕੇ ਨਾ ਐਲੋਕੇਸ਼ਨ ਆਫ ਟਾਈਮ ਵੀ ਸਮੇਂ ਦੀ ਵੰਡ ਵੀ 24 ਘੰਟੇ ਹੈ 24 ਘੰਟੇ ਦੇ ਵਿੱਚ ਜਿਹੜਾ 8 ਘੰਟੇ ਸੌਣ ਦੇ ਲਾਣਾ ਜਾਂ 7 ਘੰਟੇ ਸੌਣ ਦੇ ਜਿਹੜੇ ਪੱਕੇ ਆ ਮੈਨੂੰ ਨੀਡ ਹੈ ਨਾ ਤਾਂ ਉਹ ਤੋਂ ਬਾਅਦ ਬਾਕੀ ਦਾ ਜਿਹੜਾ ਸਮਾਂ ਹੈ ਉਹਨੂੰ ਐਲੋਕੇਸ਼ਨ ਮੈਂ ਕਿੱਦਾਂ ਬਿਹਤਰ ਢੰਗ ਨਾਲ ਕਰ ਸਕਦਾ ਕਿਵੇਂ ਕਰ ਸਕਦਾ ਕਿਹੜਾ ਢੰਗ ਸਹੀ ਹੈ ਕਿਹੜਾ ਢੰਗ ਬੈਸਟ ਹੈ ਹਾਂ ਇਹਦਾ ਸਮਝਿਆ ਤਾਂ ਟਾਈਮ ਇਜ਼ ਐਨਰਜੀ ਸੱਚੀ ਗੱਲ ਹੈ ਮੈਂ ਬੈਠਿਆ ਸਭ ਤੋਂ ਥੋੜਾ ਜਿਹਾ ਨੇੜੇ ਹੋ ਸਰ ਬੈਠੇ ਸੀ ਸਰਕਲ ਹੀ ਕਰਨਾ ਹੈ ਲੋ ਕਿ ਥੋੜਾ ਜਿਹਾ ਆਪਾਂ ਬਾਅਦ ਤੋਂ ਲੈਪਟਾਪ ਵੀ ਛੋੜ ਕੇ ਆਉਣਾ ਪੈਣਾ ਆਰਾਮ ਨਾਲ ਸਿੱਖਣਾ ਤਾਂ ਥੋੜਾ ਜਿਹਾ ਅੱਗੇ ਆ ਜਾਓ ਹੋਰ ਆਦਮੀ ਥੋੜਾ ਜਿਹਾ ਆ ਦਿਖ ਰਿਹਾ ਤੁਹਾਨੂੰ ਹਾਂਜੀ ਠੀਕ ਹੈ ਤੇ ਸਰ ਟਾਈਮ ਇਜ਼ ਐਨਰਜੀ ਇਹਦੇ ਤੇ ਕੁਝ ਦੱਸਣਾ ਚਾਹੁੰਦਾ ਮਤਲਬ ਸਮਾਂ ਇੱਕ ਊਰਜਾ ਹੈ ਇਹਦੇ ਤੇ ਵੀ ਮਤਲਬ ਤੁਹਾਡਾ ਵੀ ਵਿਚਾਰ ਨਹੀਂ ਰੱਖੇਗਾ ਚਲੋ ਠੀਕ ਹੈ ਟਾਈਮ ਇਜ਼ ਮਨੀ ਇਹ ਸੁਣਦੇ ਰਹਿੰਦੇ ਹਾਂ ਸਮਾਂ ਜੀ ਤਾਂ ਜਿਆਦਾ ਇਹ ਸਾਡੇ ਕੋਲ ਲਿਮਟ ਆ ਜਾਂਦਾ ਸਾਨੂੰ ਇਹ ਹੁੰਦਾ ਵੀ ਇੰਨੇ ਸਮੇਂ ਦੇ ਵਿੱਚ ਅਸੀਂ ਇਹਨੂੰ ਕਰ ਦਈਏ ਤੇ ਸਾਡੀ એનર્ਜੀ ਹੋਇਆ ਵੀ ਜੀ ਟਾਈਮ ਦੀ ਜਿਹੜੀ ਲਿਮਟ ਬਣ ਗਈ ਤੇ ਮੈਂ ਦੁਬਾਰਾ ਤੱਕ ਅੱਜ ਕੰਮ ਖਤਮ ਕਰ ਦਿੰਦਾ ਤੇ ਸਾਡੀ એનર્ਜੀ ਜੇ ਅਸੀਂ ਤੋਂ ਸਲਿਪ ਹੁੰਦੇ ਹਾਂ ਤਾਂ ਸਮਾਂ ਵਧਦਾ ਸਰ ਉਹ ਊਰਜਾ ਕਿੱਥੇ ਹੈ ਮਤਲਬ ਊਰਜਾ ਕਿੱਥੇ ਐਫੀਸ਼ੀਐਂਸੀ ਹੈ ਅੱਛਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਹਾਂ ਸਮਾਂ ਜਿਹੜਾ ਵੱਧਦਾ ਹਾਂਜੀ। ਸਮੇਂ ਲਈ ਤੇ ਊਰਜਾ ਮਤਲਬ ਊਰਜਾ ਸ਼ਬਦ ਕਿੱਥੇ ਹੈ ਉਹਦਾ ਹੈਗਾ ਐਲੋਕੇਸ਼ਨ ਹੋਗੀ ਨਾ ਉਹ ਨਹੀਂ ਉਹਦੇ ਆਪਦੇ ਦਿਮਾਗ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਹੈ ਮੈਂ ਇੰਨੇ ਟਾਈਮ ਦੇ ਵਿੱਚ ਇਹਨੂੰ ਕਰਦਾ ਉਹਦੀ એનર્ਜੀ ਹੈ ਇੱਕ ਤਾਂ ਬੰਦਾ ਸੁਸਤ ਬੈਠਾ ਜਦੋਂ ਪਤਾ ਲੱਗਾ ਵੀ ਮੰਨ ਲਓ ਮੇਰਾ ਪੇਪਰ ਹੈ ਮਤਲਬ ਥੋੜੇ ਕਹਿੰਦੇ ਉਸ ਸਮੇਂ ਉਸ ਦੀ ਕੁਝ એનર્ਜੀ ਵੇਸਟ ਹੋਗੀ ਹਾਂਜੀ। ਹੋਗੀ ਉੱਥੇ ਹਾਂਜੀ। ਕਿਉਂ ਊਰਜਾ ਵੇਸਟ ਹੋ ਹਾਂਜੀ। ਇਹਦਾ ਇੱਕ ਕਨਸੈਪਟ ਹੋ ਗਿਆ ਮਤਲਬ ਆਪਾਂ ਗੱਲ ਕਰਨੀ ਹੈ ਸਮਾਂ એનર્ਜੀ ਹੈ ਨੂੰ એનર્ਜੀ ਵਧਾਉਣੀ ਕਿੱਦਾਂ ਆਪਾਂ ਗੱਲ ਇਸ ਤੇ ਕਰਾਂਗੇ ਹਨਾ ਮਤਲਬ ਸਾਰਾ ਆਪਣੇ ਆਪ ਵਾਜੇ ਦੀ ਜਦੋਂ ਤਕਲੀਫ ਸਰ ਕੋਲ ਕਰਦੇ ਵੀ ਆਹ ਡਾਕਾ ਜਿਆ ਹੁਣੇ ਇੰਨੇ ਤੁਰੰਤ ਦਿੱਤੀ ਜਾਵੇ ਸੀ ਉਹ ਸ਼ਾਇਦ ਜਦੋਂ ਅਸੀਂ ਨਾਲ ਦੇ ਟੀਚਰਾਂ ਨੂੰ ਤੁਰੰਤ ਦਾ ਮੈਸੇਜ ਨਾਲ ਦੀ
ਨੂੰ ਵੀ ਤੁਸੀਂ 3 ਵਜੇ ਇੱਥੇ ਆ ਕੇ ਕਰਾਓ ਕੰਮ, ਨਹੀਂ ਹੁਣੇ ਕਰਕੇ ਭੇਜ ਦਿਓ। ਉੱਥੇ ਸਾਡੀ ਵੀ ਸਪੀਡ ਤੇਜ਼ ਹੁੰਦੀ ਹੈ ਤੇ ਸਮੇਂ ਨਾਲ ਅਸੀਂ ਮੈਨੂੰ ਲੱਗਦਾ ਵੀ ਅਸੀਂ ਵੱਧ ਜਿਹੜਾ ਉਹ ਟਾਈਮ ਜਿਹੜਾ ਸਾਡਾ ਸਪੈਂਡ ਹੋ ਜਾਂਦਾ ਉਹਦੇ ਵਿੱਚ। ਨਹੀਂ ਠੀਕ ਹੈ ਮੈਮ, ਉਹ એનર્ਜੀ ਮਤਲਬ ਉੱਥੇ ਆਪਾਂ ਇਹ ਨਹੀਂ ਕਹਾਂਗੇ ਵੀ એનર્ਜੀ ਵੱਧ ਗਈ ਤੁਹਾਡੀ, ਮਤਲਬ ਤੁਸੀਂ ਚੁਕੰਨੇ ਹੋ ਗਏ। ਉਹਦੇ ਚੁਕੰਨਾ ਸ਼ਬਦ ਵਰਤ ਸਕਦੇ ਹਾਂ ਆਪਾਂ ਵੀ ਤੁਸੀਂ ਕੌਨਸ਼ੀਅਸ ਹੋ ਗਏ। ਹੁਣ ਉਹ ਟਾਈਮ ਤੋਂ ਪਹਿਲਾਂ ਕੰਮ ਹੋ ਗਿਆ ਸੀਗਾ। ਮਤਲਬ ਤੁਹਾਡੇ ਜਿਹੜੇ ਸਪੋਰਟਰ ਨੇ ਨਾ BMT ਦਾ ਸਪੋਰਟ ਟੀਮ ਹੈ ਨਾ PPT ਟੀਮ ਨਾ ਸਪੋਰਟ ਲਈ ਹੈ, ਤੇ ਇਹਨਾਂ ਨੇ ਤੁਹਾਨੂੰ ਉਹ ਚੀਜ਼ ਨੂੰ ਮਤਲਬ ਇੱਕ ਰਿਮਾਈਂਡਰ ਪਾਤਾ ਜਾਂ ਇੱਕ ਤਰ੍ਹਾਂ ਦਾ ਚਿਤਾਤਾ ਵੀ ਹਾਂ ਇਹ ਕੰਮ ਪੈਂਡਿੰਗ ਹੈ ਕਰਨ, ਇਹ ਇਮੀਡੀਏਟ ਨੀਡ ਹੈ, ਮਤਲਬ ਇਹ ਡਿਪਾਰਟਮੈਂਟ ਦੀ ਨੀਡ ਹੈ। ਠੀਕ ਹੈ, ਉੱਥੇ ਊਰਜਾ ਸ਼ਾਇਦ ਵਰਤਣਾ ਮੈਨੂੰ ਲੱਗਦਾ ਵੀ ਸਹੀ ਨਹੀਂ ਹੋਊਗਾ, ਜੇ ਤੁਹਾਨੂੰ ਲੱਗਦਾ ਤੇ ਆਪਾਂ ਅੱਗੇ ਪਤਾ ਲੱਗ ਜਾਏਗਾ। ਠੀਕ ਹੈ, ਟਾਈਮ ਇਜ਼ ਮਨੀ, ਮਤਲਬ ਸਮਾਂ ਪੂੰਜੀ ਹੈ, ਇਹਦੇ ਤਾਂ ਸਹਿਮਤੀ ਤੇ ਇਹਦੇ ਤੇ ਕੁਝ ਦੋ ਵਿਚਾਰ ਰੱਖਣੇ ਹੁਣ, ਨਹੀਂ ਫਿਰ ਆਪਾਂ ਅੱਗੇ ਚੱਲੀਏ ਵੀ ਕਰਨਾ ਕੀ ਹੈ ਆਪਾਂ ਨੂੰ। ਨਹੀਂ ਮੈਡਮ ਆਪਣੇ ਕੋਲ ਅੱਧਾ ਘੰਟਾ ਹੀ ਹੋਇਆ ਆਪਾਂ ਸਟਾਰਟ ਕਰੇ, ਆਪਾਂ 12:30 ਸਟਾਰਟ ਕੀਤਾ ਨਾ, ਤੇ 2 ਘੰਟੇ ਦਾ ਸੈਸ਼ਨ ਹੈਗਾ ਆਪਣਾ। ਹਾਂਜੀ, ਤੇ ਪੂੰਜੀ ਦਾ ਤੋਂ ਜੀ ਉਹਦੇ ਸਮਾਂ ਨਹੀਂ ਸੰਭਾਗੇ ਤੇ ਜਿਹੜੀ ਸਾਡੀ ਪੂੰਜੀ ਹੈ ਉਹ ਖਤਮ ਹੋ ਜੂਗੀ। ਮੈਂ ਸਾਨੂੰ ਛੋਟੇ ਨੂੰ ਦੱਸਿਆ ਜਾਂਦਾ ਨਾ, ਸਮਾਂ ਹੀ ਹੋਇਆ ਧਨ ਹੈ, ਕਿਸਦਾ ਹੈ ਕਦੇ ਕਿਸੇ ਨੇ ਨਹੀਂ ਸਮਝਾਇਆ, ਕਦੇ ਸਮਝਾਇਆ ਮਤਲਬ ਮੈਨੂੰ ਤਾਂ ਨਹੀਂ ਕਦੇ ਸਮਝਾਇਆ, ਮੈਨੂੰ ਕਦੇ ਵੀ ਨਹੀਂ ਸਮਝ ਆਇਆ। ਮਤਲਬ ਇਹਦੀ ਤਰ੍ਹਾਂ ਮਤਲਬ ਹਿੱਟ ਐਂਡ ਟਰਾਈ ਮੈਥਡ ਕਰ ਕਰਕੇ ਤਾਂ ਕਿਤੇ ਜਾ ਕੇ ਹੁਣ ਸਮਝੇ ਆ ਨਾ ਵੀ ਸਮਾਂ ਪੂੰਜੀ ਕਿੱਦਾਂ ਹੈ ਨਾ। ਸਮਾਂ ਸਹੀ ਟਾਈਮ ਤੇ ਜਿਵੇਂ ਆਪਾਂ ਬੱਚਿਆਂ ਨੂੰ ਕਹਿੰਦੇ ਵੀ ਤੁਹਾਡਾ ਇਹ ਜਿਹੜਾ ਪੀਰੀਅਡ ਹੈ ਟਾਈਮ ਪੀਰੀਅਡ ਹੈ ਇਹ ਤੁਹਾਡਾ ਪੜ੍ਹਾਈ ਦਾ ਹੈ, ਜੋ ਉਸ ਤਰ੍ਹਾਂ ਜੋ ਉਹਨਾਂ ਦਾ ਟਾਈਮ ਪੀਰੀਅਡ ਹੈ ਉਹਨਾਂ ਦੀ ਇੱਕ ਤਰ੍ਹਾਂ ਦੀ ਪੂੰਜੀ ਹੋਏ ਪਰ ਮਨੀ ਹੋਈ ਅਗਰ ਉਹ ਵੇਸਟ ਹੋ ਜੇ ਛੋਟੇ ਬੱਚੇ ਨੂੰ ਆਪਾਂ ਸਮਝਾਵਾਂਗੇ ਨਾ ਮੈਡਮ ਸ਼ਾਇਦ ਉਹ ਉਦਾਂ ਹੀ ਹੋ ਜਾਊਗਾ ਜਿੱਦਾਂ ਸਾਨੂੰ ਸਮਝਾਇਆ ਗਿਆ। ਅਸੀਂ ਆਪਣੇ ਆਪ ਨੂੰ ਉਸ ਸਮੇਂ ਰੱਖ ਕੇ ਰੱਖੀਏ, ਉਹਨਾਂ ਨੇ ਕੋਈ ਨਾ ਸਕੀਮ ਇਹ ਪੂੰਜੀ ਹੈ, ਅਸੀਂ ਤਾਂ ਪੜ੍ਹ ਰਹੇ ਹਾਂ, ਪੂੰਜੀ ਕਿੱਥੋਂ ਆਉਂਦੀ ਹੈ ਸਾਨੂੰ ਤਾਂ 1 ਰੁਪਏ ਦਿੰਦੇ ਹੈਗੇ। ਇਹ ਤੇ ਪਤਾ ਹਾਂ ਲੱਗਦਾ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਬੱਚੇ ਨੂੰ ਤੂੰ ਆਹ ਕਿਤਾਬ ਪੜ੍ਹ ਲੈ ਇਹਨਾਂ ਤੇਰੇ ਪੈਸੇ ਬਣਨਗੇ, ਤੂੰ ਇੱਕ ਚੈਪਟਰ ਪੜ੍ਹੋਗੇ ਤੈਨੂੰ 2 ਰੁਪਏ ਦੇਊਗੀ। ਮਤਲਬ ਪੂੰਜੀ ਸ਼ਬਦ ਮਤਲਬ ਆਪਾਂ ਸ਼ਬਦਾਂ ਨੂੰ ਜੇ ਬੋਲਦੇ ਆ ਤਾਂ ਉਹਨਾਂ ਦਾ ਮੀਨਿੰਗ ਸਾਨੂੰ ਬਹੁਤ ਕਲੀਅਰ ਹੋਣਾ ਚਾਹੀਦਾ। ਮਤਲਬ ਇੱਥੋਂ ਇਹ ਹੈ। ਨੈਕਸਟ ਕਰਿਓ ਪਲੀਜ਼। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਜੀ, ਸਮਾਂ ਵੰਡ ਬਾਰੇ ਗੱਲ ਕਰਾਂਗੇ। ਸਮਾਂ ਵੰਡ ਕਰਨ ਲਈ ਅਸੀਂ ਹੁਣ ਜਲਦੀ ਵਕਤ ਤਾਂ ਕਰ ਨਹੀਂ ਸਕਦੇ, ਇਹਦੇ ਲਈ ਛੋਟੀ ਜਿਹੀ ਐਕਟੀਵਿਟੀ ਆਪਾਂ ਨੂੰ ਕਰਨੀ ਚਾਹੀਦੀ। ਐਕਟੀਵਿਟੀ ਤੋਂ ਹੀ ਸਟਾਰਟ ਕਰਦੇ ਹਾਂ। ਤਾਂ ਪਲੀਜ਼ ਇੱਕ ਸ਼ੀਟ 2 ਸ਼ੀਟ ਦੇ ਦਿਓ ਨਾ ਜੈਸਮੀਨ। बहुत जरूरी है तभी ਠੀਕ ਹੈ ਸਰ। ਤਾਂ ਕੀ ਹੈ ਸਮਾਂ ਕੀ ਹੈ, ਇਹ ਇੱਕ ਊਰਜਾ ਹੈ। ਤਾਂ ਆਪਾਂ ਹੁਣੇ ਗੱਲ ਕੀਤੀ ਸੀ ਹੈ ਨਾ, ਮਤਲਬ ਮੈਨੂੰ ਇਹ ਪਤਾ ਲੱਗਿਆ ਕਿ ਜਦੋਂ ਮੈਂ ਕਹਿੰਦਾ ਵੀ ਇੱਕ ਚੀਜ਼ ਮੈਨੂੰ ਜ਼ਿੰਦਗੀ 'ਚ ਮੈਨੂੰ ਸਿੱਖਣ ਨੂੰ ਮਿਲੀ ਹੈ ਜਿਹੜੀ ਮੈਂ ਆਪਣਾ ਉਦਾਹਰਨ ਲਿਖਿਆ ਇੱਥੇ। ਠੀਕ ਹੈ ਸਰ। ਮੇਰੇ ਪ੍ਰੈਜ਼ੈਂਟ ਸੀਟ ਨਹੀਂ ਕਰ ਸਕੇ ਨਾ ਉਹ ਤਾਂ ਨਾਲ ਕੋਈ ਵੀ ਆਉਂਦਾ ਹੈ ਨਾ ਜੀ ਕੁਝ ਵੀ ਦੱਸ ਚਲੋ ਤੁਸੀਂ ਕੋਆਰਡੀਨੇਟ ਕਰ ਦਿਓ ਸਾਨੂੰ, ਇਹ ਐਮਰਜੈਂਸੀ ਆ ਗਈ। ਚਲੋ ਹੁਣ ਗੱਲ ਹੈ ਕਿ ਆਪਣੀ ਊਰਜਾ ਵਧਾਉਣੀ ਕਿੱਦਾਂ ਹੈ। ਗੱਲ ਤਾਂ ਊਰਜਾ ਦੀ ਹੈ ਨਾ। ਸਮਰੱਥਾ ਨਹੀਂ ਸਮਰੱਥਾ ਹੀ ਹੈ उनका बंदे की गल कर रहा है उनका समय की गल कर रहा ਸਰ ਸਮਰੱਥਾ ਦੇਖੋ ਸਮਾਂ ਕੀ ਹੈ, ਊਰਜਾ ਹੈ ਨਾ। ਤੇ ਸਮਾਂ ਕਿੱਥੇ ਚੱਲ ਰਿਹਾ ਹੈ, ਸਮਾਂ ਇੱਥੇ ਥੋੜੀ ਚੱਲ ਰਿਹਾ ਹੈ, ਸਮਾਂ ਅੰਦਰ ਚੱਲ ਰਿਹਾ ਹੈ। ਕੀ ਚੱਲ ਰਿਹਾ ਹੈ, ਅੰਦਰ ਚੱਲ ਰਿਹਾ ਹੈ। ਮਸ਼ੀ ਘੜੀ ਤਾਂ ਦਿਖਾਉਣ ਲਈ ਹੈ, ਮੈਂ ਜੀ ਰਿਹਾ ਨਾ ਜ਼ਿੰਦਗੀ, ਮੇਰੀ ਊਰਜਾ ਚੱਲ ਰਹੀ ਹੈ। ਇਸ ਚੀਜ਼ ਨੂੰ ਇੱਦਾਂ ਸਮਝੋ ਤੁਸੀਂ ਨਾ। ਸਮਾਂ ਕਿੱਥੇ ਚੱਲ ਰਿਹਾ ਹੈ, ਦਿਨ ਰਾਤ ਬਦਲ ਰਿਹਾ ਹੈ, ਤਾਂ ਕਿੱਥੇ ਮਹਿਸੂਸ ਹੋ ਰਿਹਾ ਹੈ ਜੀ, ਅੰਦਰ ਮਹਿਸੂਸ ਹੋ ਰਿਹਾ ਨਾ। ਤਾਂ ਊਰਜਾ ਕਿੱਥੇ, ਅੰਦਰ ਹੀ ਹੈ ਨਾ। ਕੀ ਸਮਝਾ ਪਾਇਆ? ਚਲੋ ਨੈਕਸਟ। ਇਹ ਤਾਂ ਹੋ ਗਿਆ ਊਰਜਾ। ਹੁਣ ਊਰਜਾ ਆਪਾਂ ਕਿੱਦਾਂ ਵਧਾ ਸਕਦੇ ਹਾਂ, ਉਹ ਰਾਈਟ ਮਿਕਸ ਕਰਕੇ। ਉਹ ਰਾਈਟ ਮਿਕਸ ਹੁਣ ਤੁਸੀਂ ਲੱਭੋਗੇ ਆਪਣਾ 1 ਮਹੀਨਾ ਪਿਆ ਜੀ ਆਪਣੇ ਕੋਲ।
ਅੱਛਾ ਇਹ ਚੀਜ਼ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੀ ਚੀਜ਼ ਮੈਂ ਇਹ ਕਰੀਏ, ਦੇਖੋ ਇਸ ਚੀਜ਼ ਨੂੰ ਕਰਨ ਨੂੰ ਮੈਨੂੰ 3 ਸਾਲ ਲੱਗੇ ਨੇ। ਮਤਲਬ 3 ਸਾਲ ਦੇ ਪ੍ਰੋਸੈਸ ਮੈਂ ਇਹ ਰਾਈਟ, ਮਤਲਬ 3 ਸਾਲ ਪਹਿਲਾਂ ਮੈਂ ਇਹ ਮੈਨੂੰ ਕਿਸੇ ਨੇ ਮੇਰੇ ਮਤਲਬ ਮੈਂਟਰ ਸੀ, ਉਹਨਾਂ ਨੇ ਸਿਖਾਈ ਸੀ ਵੀ ਚੀਜ਼ ਇਦਾਂ ਕਰ ਸਕਦੇ ਹਾਂ, ਜਿੱਦਾਂ ਮੈਂ ਤਾਂ ਸ਼ੇਅਰ ਕਰ ਰਿਹਾ, ਫਿਰ ਮੈਂ ਕੋਸ਼ਿਸ਼ ਕਰਨੀ ਸ਼ੁਰੂ ਕੀਤੀ। 1 ਮਹੀਨੇ ਬਾਅਦ ਉਹ ਪਲਾਨ ਮੇਰਾ ਮੈਂ 50% ਦੀ ਜਗ੍ਹਾ ਮੈਂ 10% ਕਰਕੇ ਦੇਖਿਆ, ਉਹ ਵੀ ਕੰਮ ਨਹੀਂ ਕਰਿਆ। ਫਿਰ ਮੈਂ ਭੁੱਲ ਗਿਆ, ਫਿਰ 2 ਮਹੀਨੇ ਬਾਅਦ ਫਿਰ ਵੀ ਚੇਂਜ ਕੀਤਾ, ਫਿਰ ਸਾਲ ਬਾਅਦ ਇੱਕ ਪਰਿਪੱਕਤਾ ਆਈ, ਇੱਕ ਮੈਚੁਰਿਟੀ ਆਈ ਕਿ ਹਾਂ ਆਹ ਚੀਜ਼ ਕੰਮ ਕਰਨੀ ਹੈ, ਤੇ ਆਹ 1 ਸਾਲ ਤੋਂ ਹੁਣ ਮੇਰੇ ਲਈ ਆਹ ਚੀਜ਼ ਕੰਮ ਕਰਦੀ ਹੈ ਜੇ ਰਾਈਟ ਸੀਗਾ। ਮਤਲਬ ਮੈਂ ਪਿੱਛੇ 3 ਸਾਲ ਤੋਂ ਪ੍ਰੈਕਟਿਸ ਕਰਦਾ ਆ ਰਿਹਾ, ਤਾਂ ਮੈਂ ਆਪਾਂ ਕਹਿੰਦੇ ਵੀ ਆਪਾਂ ਇਹਨੂੰ 1 ਸਾਲ ਦੇ ਵਿੱਚ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿੰਦੇ। ਮੈਂ ਇਹ ਨਹੀਂ ਕਹਿੰਦਾ ਵੀ ਇੱਕ ਦਿਨ ਤੁਹਾਨੂੰ ਆਹ ਸਿਖਾਤਾ ਤੁਸੀਂ ਕਰਨਾ ਸ਼ੁਰੂ ਕਰ ਦੋਗੇ। ਤਾਂ ਮੇਰੀ ਤੁਹਾਡੇ ਅੱਗੇ ਰਿਕੁਐਸਟ ਹੈ ਨਾ, ਮੈਂ ਬੇਨਤੀ ਕਰਾਂਗਾ ਵੀ ਇਹਨੂੰ ਤੁਸੀਂ ਜਾ ਕੇ ਨਾ ਜੇ 15 ਮਿੰਟ ਦਿਓ ਸਰ ਘਰ ਜਾ ਕੇ ਹੈ ਨਾ, ਤਾਂ ਇਹਨੂੰ ਮਤਲਬ ਅੱਗੇ ਤੁਸੀਂ ਹੋਰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਿਓ ਤੁਹਾਡੇ ਲਈ ਸਹੀ ਕੀ ਹੈ, ਕਿਹੜੇ ਅਰਜੈਂਸੀ ਨੇ, ਕਿਹੜੀਆਂ ਅਰਜੈਂਟ ਨੇ, ਕਿਹੜੀਆਂ ਇੰਪੋਰਟੈਂਟ ਨੇ। ਮਤਲਬ ਹਮੇਸ਼ਾ ਧਿਆਨ 'ਚ ਰੱਖੋ ਦਿਮਾਗ, ਜਦੋਂ ਆਪਾਂ ਅਗਲੀ ਵਾਰ ਮਿਲਾਂਗੇ ਤਾਂ ਇਹਦੇ ਗੱਲ ਕਰਾਂਗੇ ਨਾ, ਤੇ ਇਨ ਬਿਟਵੀਨ ਵੀ ਤੁਸੀਂ ਗਰੁੱਪ ਸ਼ੇਅਰ ਕਰ ਸਕਦੇ ਹੋ। ਨੈਕਸਟ ਕੀ ਹੈ, ਟਾਈਮ ਇਜ਼ ਮਨੀ, ਬਹੁਤ ਇੰਪੋਰਟੈਂਟ ਹੈ। ਟਾਈਮ ਇਜ਼ ਮਨੀ ਹੈ, ਇਹ ਤੋਂ ਇਦਾਂ ਸਮਝਦੇ ਹਾਂ ਆਪਾਂ 1 ਮਿੰਟ ਲਈ ਪੌਜ਼ ਲੈਂਦੇ ਹਾਂ। ਜੇ ਮੈਂ ਕਹਾਂ ਜਿਹੜੀ ਫੇਸਬੁੱਕ ਹੈ ਜੀ, ਜਾਂ ਜਿੱਦਾਂ ਮੈਡਮ ਗੱਲ ਕਰਦੇ ਟੀਵੀ ਹੈ, ਟੀਵੀ ਦਾ 1 ਘੰਟਾ ਦੇਖਦੇ ਹਾਂ ਆਪਾਂ, ਜੇ ਟੀਵੀ ਦਾ 1 ਘੰਟਾ ਦੇਖਿਆ ਹੋਇਆ ਕਿੰਨੇ ਦਾ ਪੈਂਦਾ ਆਪਾਂ ਨੂੰ? ਮਤਲਬ 10 ਰੁਪਏ 20 ਰੁਪਏ ਹੈ ਨਾ। ਅੱਛਾ ਜੇ ਹੁਣ ਤੁਸੀਂ ਸੈਲਰੀਡ ਪਰਸਨ ਹੋ, ਤੁਸੀਂ ਸੈਲਰੀਡ ਪਰਸਨ ਹੋ, ਗਵਰਨਮੈਂਟ ਸੈਲਰੀ ਆਉਂਦੀ ਤੁਹਾਡੇ ਕੋਲ ਨਾ, ਮੈਂ ਵੀ ਸੈਲਰੀ ਦਾ ਹੈ, 10ਵੀਂ ਸੈਲਰੀ ਦੇ ਵਿੱਚ ਅਸੀਂ ਜੇ ਕਰੀਏ ਕਿ ਤੁਹਾਡਾ 1 ਘੰਟਾ ਕਿੰਨੇ ਦਾ ਪੈਂਦਾ ਤੁਹਾਨੂੰ ਕਾਊਂਟ ਕਰ ਲਓ ਨਾ, 1 ਘੰਟਾ ਕਿੰਨੇ ਦਾ ਅੰਦਾਜ਼ਨ ਸਰ, ਅੰਦਾਜ਼ਨ ਪਰ ਫਿਰ ਵੀ ਆਪਣਾ ਦੱਸ ਦਿਓ, ਕੋਈ ਓਵਰਆਲ ਦੱਸ ਦਿਓ ਨਾ। 100 ਰੁਪਇਆ ਲਾ ਲਈ ਘੰਟੇ ਦਾ, 200 ਚਲੋ 500 ਲਾ ਲਿਆ, 500 ਘੰਟੇ ਦਾ ਹੈ ਨਾ। ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਇੱਕ ਜਗ੍ਹਾ ਤੇ ਉਹ ਜਿਹੜਾ ਨਾ ਹੀ ਇੰਪੋਰਟੈਂਟ ਸੀਗਾ ਨਾ ਹੀ ਅਰਜੈਂਟ ਸੀਗਾ, ਬਟ ਉੱਥੇ ਅਸੀਂ ਉਹ ਸਮਾਂ ਲਾਇਆ ਹੈ ਨਾ, 1 ਘੰਟਾ ਲਾਇਆ ਤਾਂ 200 ਰੁਪਇਆ ਤੁਹਾਡਾ। ਮਤਲਬ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਮੈਂ ਤਾਂ ਉਸ ਟਾਈਮ 'ਤੇ ਕੰਮ ਕਰ ਰਿਹਾ ਸੀ, ਉਸ ਟਾਈਮ 'ਤੇ ਮੈਂ ਤਨਖਾਹ ਮਿਲਦੀ, ਉਸ ਟਾਈਮ ਮੈਂ ਘਰ ਆ ਬੈਠਾ ਦਾ ਵਿਹਲਾ ਹੈ ਨਾ 7 ਵਜੇ, ਤਾਂ ਮੈਨੂੰ ਦਿਲ ਕਰਿਆ ਮੈਂ ਫੇਸਬੁੱਕ ਦੇਖੀ, ਮੇਰੇ ਕਿਹੜੇ ਪੈਸੇ ਬਣਦੇ ਨੇ, ਇਹ ਵੀ ਤਾਂ ਹੋ ਸਕਦਾ ਤੁਸੀਂ ਕਹੋਗੇ ਨਾ, ਬਟ ਨਹੀਂ ਕਿ ਜੇ ਉਹੀ ਸਮਾਂ ਤੁਸੀਂ ਆਪਣੀ ਲਰਨਿੰਗ 'ਤੇ ਲਾਇਆ ਹੁੰਦਾ, ਸਿੱਖਣ 'ਤੇ ਤੁਹਾਡੀ ਉਹ ਆਊਟਪੁੱਟ ਕਿਤੇ ਨਿਕਲਦੀ ਸੀ ਤੁਹਾਡੇ ਕੰਮ 'ਤੇ, ਜਿਹੜੇ ਤੁਹਾਡੇ ਕੰਮ ਵਾਲਾ ਮਿਕਸਚਰ ਹੈ ਉਹ ਵਧੀਆ ਊਰਜਾ ਵਧੀ ਤੁਹਾਡੀ, ਤਾਂ ਊਰਜਾ ਬਣਨੀ ਤੁਹਾਡਾ ਮਤਲਬ ਜਿਹੜਾ ਪੈਸਾ ਹੈ ਉਹ ਤੁਹਾਡਾ ਸਹੀ ਸਲਾਮਤ ਹੈ। ਤਾਂ ਇੱਥੋਂ ਪਤਾ ਲੱਗਦਾ ਵੀ ਸਮਾਂ ਪੂੰਜੀ ਵੀ ਹੈ, ਸਮਾਂ ਡਾਇਰੈਕਟਲੀ ਇਨਡਾਇਰੈਕਟਲੀ ਪੂੰਜੀ ਹੈ। ਇਹ ਮੈਂ ਸਰ ਜਿਹੜਾ ਫੇਸਬੁੱਕ ਤੇ ਚੱਲ ਰਿਹਾ ਪੜਿਆ, ਕਿਸੇ ਨੇ ਨਾ ਸਟੋਰੀ ਪਾਈ ਹੋਈ ਆ ਬਣਾ ਕੇ, ਉਹ ਕਹਿੰਦਾ ਵੀ ਮੈਂ ਕਿਸੇ ਸਟੋਰ ਤੇ ਇੱਕ ਬਜ਼ੁਰਗ ਨੂੰ ਲੱਗੇ ਹੋਏ ਦੇਖਦਾ, ਮੈਂ ਉਹਨੂੰ ਪੁੱਛਣ ਲੱਗ ਗਿਆ ਵੀ ਤੇਰੀ 83 ਸਾਲ ਦੀ ਉਮਰ ਆ, ਤੂੰ ਸਟੋਰ ਤੇ ਕੀ ਕਰਦੀ ਆ? ਤਾਂ ਉਹਨੇ ਦੱਸਿਆ ਵੀ ਜਿਹੜਾ ਇਹ ਸਟੋਰ ਦਾ ਮਾਲਕ ਉਹ ਇਹਨਾਂ ਤੋਂ ਬਜ਼ੁਰਗਾਂ ਦੀ ਦੇਖਭਾਲ ਨਹੀਂ ਕਰ ਸਕਦਾ, ਮੈਂ ਇੱਥੇ 2 ਘੰਟੇ ਉਹਦਾ ਸਮਾਂ ਇੱਥੇ ਆ ਕੇ ਸਪੈਂਡ ਕਰਦੀ ਹਾਂ, ਜਦੋਂ ਮੈਂ ਬਜ਼ੁਰਗ ਹੋ ਜੂਗੀ ਕੋਈ ਮੇਰਾ ਸਮਾਂ ਸਪੈਂਡ ਕਰੇਗਾ। ਬਿਲਕੁਲ ਇਹ ਹੈਗਾ ਵੀ ਉੱਥੇ ਦੇਖੋ ਐਕਸੀ ਚੀਜ਼ ਵੀ ਹੈਗੀ ਆ, ਪਰ ਸਾਡੇ ਕੋਲ ਤਾਂ ਸਮਾਂ ਇਸ ਤੱਕ ਵੇਸਟੇਜ ਤੇ ਲੱਗਿਆ ਹੋਇਆ ਹੈ। ਇਹ ਸਮਾਂ ਪੂੰਜੀ ਆ ਜੀ। ਹਾਂ ਮੈਨੂੰ ਤਾਂ ਲੱਗਦਾ ਵੀ ਸਮਾਂ ਤਾਂ ਪੂੰਜੀ ਤੋਂ ਵੀ ਉੱਪਰ ਹੈ। ਹਾਂ ਕਿਉਂਕਿ ਸਾਡੇ ਕੋਲ ਮੁੜ ਕੇ ਨਹੀਂ ਆਉਣਾ, ਅੱਜ ਦਾ ਦਿਨ ਜਿਹੜੇ ਸਾਡੇ ਕੋਲ ਮੁੜ ਕੇ ਆਉਣਾ ਹੀ ਨਹੀਂ। ਪੂੰਜੀ ਤਾਂ ਪੈਸੇ ਨਾਲ ਖਰੀਦੀ ਜਾ ਸਕਦੀ, ਕੋਈ ਲੋਕ ਤਾਂ ਚੀਜ਼ ਖਰੀਦੀ ਜਾ ਸਕਦੀ, ਪਰ ਇਹਨਾਂ ਦਾ ਇੱਕ ਸਮਾਂ ਹੀ ਆ ਜਿਹਨੂੰ ਖਰੀਦਿਆ ਨਹੀਂ ਜਾ ਸਕਦਾ। ਬਿਲਕੁਲ ਸਰ, ਤੁਹਾਡੀ ਗੱਲ ਉਹ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਵੀ ਸਮਾਂ ਨਹੀਂ ਖਰੀਦਿਆ ਜਾ, ਬਟ ਇਹਨੂੰ ਆਪਾਂ ਉਸ ਕੰਟੈਕਸਟ ਦੇਖਿਆ ਨਾ ਵੀ ਹਰ ਚੀਜ਼ ਸਮੇਂ ਨਾਲ ਕਿੱਦਾਂ ਜੁੜੀ ਹੋਈ ਹੈ। ਮਤਲਬ ਤੁਹਾਡੀ ਇਨਰ ਵੈਲਬੀਇੰਗ, ਤੁਹਾਡੀ ਆਪਣੀ ਮਤਲਬ क्षमता, ਤੁਹਾਡੀ ਊਰਜਾ, ਤੁਹਾਡੇ ਕੰਮ ਕਰਨ ਦਾ ਤਰੀਕਾ, ਤੁਹਾਡਾ ਕੰਮ ਕਿੱਦਾਂ ਸਮੇਂ ਨਾਲ ਜੁੜਿਆ ਹੋਇਆ ਹੈ। ਕੋਈ ਵੀ ਕੰਮ ਆ ਜਾਂ ਹੋਊਗਾ ਪੜ੍ਹਾਈ ਹੋਊਗੀ ਤੇ ਨੌਕਰੀ ਹੋਊਗੀ, ਇਹ ਸਮੇਂ ਨਾਲ ਵਧੀਆ ਲੱਗਦੇ ਹੈ ਨਾ। ਸਿੱਖਣ ਸਿਖਾਉਣਾ ਵੀ ਮੈਨੂੰ ਲੱਗਦਾ ਇੱਕ ਸਮਾਂ ਹੁੰਦਾ, ਜਿਵੇਂ ਆਪਾਂ ਕਹਿੰਦੇ ਜਿਹੜੇ ਬੱਚੇ ਨੇ ਉਹ ਬਸ ਮੈਂ ਇਹ ਨਹੀਂ ਕਹਿੰਦਾ ਕਿ ਵੱਡੀ ਉਮਰ ਦੇ ਸਿੱਖਦੇ ਹੋਣਗੇ, ਜਿਹਨੂੰ 54 ਬੰਦਾ ਨਹੀਂ ਸਿੱਖਦਾ, ਪਰ ਜਿਹੜਾ ਬੱਚਾ ਹੁੰਦਾ ਹੈ
ਉਹ ਮੈਨੂੰ ਲੱਗਦਾ ਆਮ ਬੰਦੇ ਨਾਲੋਂ ਵੱਧ ਛੇਤੀ ਸਿੱਖਦਾ ਕਿਉਂਕਿ ਮੈਂ ਆਪ ਤੇ ਖੁਦ ਦੇਖਦਾ No doubt sir। ਜਿਹੜੀ ਆਪਾਂ ਤੀਜੀ ਚੌਥੀ ਚ ਗੱਲਾਂ ਪੜ੍ਹੀਆਂ ਹੋਈਆਂ ਸੀਗੀਆਂ ਉਹ ਮੈਨੂੰ ਅਜੇ ਤੱਕ ਯਾਦ ਨਹੀਂ ਪਰ ਜਦ ਮੈਂ ਹੁਣ ਕੋਈ ਕਿਤਾਬ ਪੜ੍ਹਦਾ ਮੈਨੂੰ ਸੌਂਕ ਕਰਦਾ ਉਹ ਮੈਨੂੰ ਕਿਤਾਬ ਪੜ੍ਹ ਕੇ ਪਤਾ ਨਹੀਂ ਕਿ ਮੈਂ ਪੜ੍ਹਿਆ ਕੀ। ਥੋੜਾ ਇੰਟਰਸਟ ਨਹੀਂ ਨਾ ਸਰ ਰੀਡਿੰਗ ਤੁਹਾਡਾ ਇੰਟਰਸਟ ਕੁਝ ਹੋਰ ਹੋਊਗਾ ਨਾ, ਤਾਂ ਕਰਕੇ ਸ਼ਾਇਦ ਉਹ ਤੁਹਾਨੂੰ ਮਤਲਬ ਪੜ੍ਹਨੇ 'ਚ ਮਜ਼ਾ ਨਹੀਂ ਆਉਂਦਾ। ਜੇ ਮੈਂ ਕਹਾਂ ਮੈਨੂੰ ਮੇਰਾ ਰੀਡਿੰਗ ਇੰਟਰਸਟ ਹੈ, ਸਾਦਾ ਕਹੂਗਾ ਮੇਰਾ ਮੂਵੀ ਦੇਖਣ ਦਾ, ਸਰ ਕਹਿਣਗੇ ਮੇਰਾ ਡਾਕੂਮੈਂਟਰੀ ਦੇਖਣ ਦਾ, ਮੈਡਮ ਕਹਿਣਗੇ ਮੇਰਾ ਘੁੰਮਣ ਫਿਰਨ ਦਾ ਸ਼ੌਂਕ ਹੈ। ਪਰ ਤੁਹਾਨੂੰ ਘੁੰਮਣ ਫਿਰਨ ਦਾ ਸ਼ੌਂਕ ਨਹੀਂ ਹੋ ਸਕਦਾ, ਬਟ ਮੈਡਮ ਨੂੰ ਸ਼ੌਂਕ ਇਹ ਤੁਹਾਡਾ ਉਹ ਪਰਸਨਲ ਇੰਟਰਸਟ ਹੋ ਸਕਦਾ। ਬਟ ਇਹ ਵੀ ਸਾਨੂੰ ਮਤਲਬ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਮਤਲਬ ਆਪਾਂ ਇਹ ਚੀਜ਼ ਨੂੰ ਇੱਦਾਂ ਸਮਝ ਪਾਏ ਵੀ ਸਮੇਂ ਦੀ ਮੈਨੇਜਮੈਂਟ ਹੈ ਉਹ ਇੱਦਾਂ ਹੀ ਹੋ ਸਕਦੀ ਹੈ ਵੀ ਜੇ ਅਸੀਂ ਇਹ ਚੀਜ਼ਾਂ ਉੱਤੇ ਤਵੱਜੋ ਦੇ ਦਈਏ ਵੀ ਕਿਹੜੀ ਚੀਜ਼ਾਂ ਇੰਪੋਰਟੈਂਟ ਨੇ, ਕਿਹੜੀਆਂ ਅਰਜੈਂਟ ਨੇ, ਤੇ ਉਹਨਾਂ ਦਾ ਅਸੀਂ ਮਿਕਸ ਕਰਨਾ ਟਰਾਈ ਕਰਨਾ, ਮਤਲਬ ਰੋਜ਼ ਦੇਖੀਏ ਵੀ ਹਾਂ ਇਹ ਇੰਪੋਰਟੈਂਟ ਹੈ ਤੇ ਇਹਨੂੰ ਮੈਂ ਡੈਲੀਗੇਟ ਕਰਨਾ ਹੈ, ਇਹਨੂੰ ਪਲਾਨ ਕਰਨਾ ਹੈ, ਇਹਨੂੰ ਛੱਡਣਾ ਹੈ ਜਾਂ ਕਰਨਾ ਹੈ। ਚਾਰ ਚੀਜ਼ਾਂ ਨੇ ਸਾਡੇ ਕੋਲ, ਚਾਰੇ ਖਾਨੇ ਆ ਵੀ ਇਹਨੂੰ ਕਰਨਾ ਹੀ ਕਰਨਾ ਹੈ, ਚਾਰਾ ਕੋਈ ਜਾਂ ਇਹਨੂੰ ਮੈਂ ਕਿਸੇ ਹੋਰ ਨੂੰ ਦੇਣਾ। ਦੂਸਰਾ ਇਹਨੂੰ ਪਲਾਨ ਕਰਨਾ ਵੀ ਹੋਣੀ ਹੈ ਤੇ ਮੇਰਾ ਚਾਰਾ ਨਹੀਂ, ਇਹ ਇੰਪੋਰਟੈਂਟ ਹੈ ਹਨਾ, ਜਾਂ ਇਹਨੂੰ ਛੱਡਣਾ। ਇਹ ਚਾਰੇ ਆਪ ਹੈ ਜੇ ਅਸੀਂ ਬਣਾਵਾਂਗੇ, ਮਤਲਬ ਇਹ ਲੀਡਰਸ਼ਿਪ ਦੀਆਂ ਨਾ ਜਿਹੜੇ ਦੁਨੀਆ ਦੇ ਵੱਡੇ ਲੀਡਰ ਨੇ, ਜਿਹੜਾ ਆਪਾਂ ਕਰੀਏ ਜਿਵੇਂ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ ਨਾ, ਉਹ ਆਹੀ ਚੀਜ਼ਾਂ ਫੋਲੋ ਕਰਦੇ ਨੇ ਜੀ। ਮਤਲਬ ਤੁਸੀਂ ਕਹੋਗੇ ਆਹ ਤਾਂ ਕੰਮ ਕੁਝ ਵੀ ਨਹੀਂ, ਇਹ ਤਾਂ ਵੱਡੇ ਕੰਮ ਕਰਦੇ ਪਏ ਨੇ, ਉਹਨਾਂ ਕੋਲ ਇੱਕ ਮਿੰਟ ਉਹਨਾਂ ਦੀ ਟੀਮ ਦੀ ਹੈ। ਟਾਈਮ ਮੈਨੇਜਮੈਂਟ ਔਰ ਮਾਈਂਡਸੈਟ। ਹਾਂ, ਮਾਈਂਡਸੈਟ ਐਂਡ ਟਾਈਮ ਸਮਾਂ ਸਾਰਿਆਂ ਕੋਲ ਇੰਨਾ ਹੀ ਹੈ, ਕਿਵੇਂ ਯੂਜ਼ ਕਰਨਾ ਹੈ, ਕਿਵੇਂ ਬਿਹਤਰ ਆਊਟਪੁੱਟ ਲੈਣੀ ਹੈ ਉਹ ਸਾਡੇ ਤੇ। ਠੀਕ ਹੈ ਜੀ, ਤੇ ਨੈਕਸਟ ਆਪਾਂ ਜਿਹੜਾ ਨੈਕਸਟ ਸੈਸ਼ਨ ਹੈ ਇਹ ਓਪਨ ਹੋ ਗਿਆ, ਨੈਕਸਟ ਕਰ ਲਓ ਪਲੀਜ਼। ਬ੍ਰੇਕ ਲੈਣੀ ਹੈ 5 ਮਿੰਟ ਦੀ, ਫਿਰ ਆਪਾਂ ਇੱਕ ਚੀਜ਼ ਕਰਨੀ ਹੈ ਪਰ 2:30 ਵਜੇ ਖਤਮ ਕਰ ਲੈਣੀ ਹੈ। ਪਹਿਲੇ ਕੰਮ ਕਰੇ ਇੱਕ ਨਾ ਸਰ ਤੁਸੀਂ 12:30 ਦਾ ਜਿਹੜਾ ਟਾਈਮ ਰੱਖਿਆ ਪਲੀਜ਼ ਥੋੜਾ ਜਿਹਾ ਅੱਗੇ ਕਰ ਲਓ, 11:30 ਤੋਂ ਡੇਢ ਸਰ ਆਪਾਂ ਮਤਲਬ 10 ਵਜੇ ਕਰ ਸਕਦੇ 10 ਵਜੇ ਕਰ ਲਓ, 10 ਵਜੇ ਸਭ ਤੋਂ ਵਧੀਆ। 9 ਵਜੇ 7 ਵਜੇ 11 ਵਜੇ ਸਿੱਧੇ ਇੱਧਰ ਨੂੰ ਆਣਾ ਕੀ ਹੈ ਜੇ ਤੁਸੀਂ ਫਿਰ 9 ਵਜੇ ਸਮਝੋ ਨਾ ਸਵੇਰ ਦਾ ਟਾਈਮ ਫਿਰ ਫੀਡ ਵਿੱਚ ਨਹੀਂ ਸਰ ਤੁਹਾਡੀ ਪਤਾ ਮੈਡਮ? ਗੱਲ ਕੀ ਹੈ ਕਿ ਦੇਖੋ ਕੱਲ ਦੀ ਗੱਲ ਹਾਂਜੀ ਸਰ। ਆਪਣਾ ਮੈਸੇਜ ਵੀ ਉਹਦੇ ਪਰਸੋਂ ਦਾ ਨਹੀਂ ਮੈਂ ਤੇਰਾ ਮੈਸੇਜ ਦੇਖ ਕੇ ਆ ਮੇਰੇ ਮਤਲਬ ਫੁੱਟ ਡਿਪੈਂਡ ਕਰਦਾ ਇਹ ਤਾਂ ਹੀ ਸਰ ਇੱਕ ਸੀਟ ਸਾਂਝੀ ਨਹੀਂ ਹੈ ਕਦੀ ਕੋਈ ਵੀ, ਹਰੇਕ ਦਾ ਆਪਣੀ ਸੀਟ ਹੈ। ਤੁਹਾਡੇ ਲਈ ਕੁਝ ਹੋ ਸਕਦਾ ਹੈ, ਸਰ ਲਈ ਕੁਝ ਹੋ ਸਕਦਾ ਹੈ, ਜਸਮੀਨ ਲਈ ਕੁਝ ਹੋਰ ਹੋ ਸਕਦਾ ਹੈ। ਪ੍ਰਾਇੋਰਟੀ ਇਹ ਐਲੋਕੇਸ਼ਨ ਹੈ ਨਾ, ਤਾਂ ਹੀ ਸਮਝ ਆਉਗੀ ਨਾ ਤੁਹਾਨੂੰ। ਅਸੀਂ ਦੂਆ ਕਿਵੇਂ ਕੰਮ ਕਰ ਰਿਹਾ ਇਹ ਤੋਂ ਨਹੀਂ ਜਾਣ ਸਕਦੇ ਵੀ ਅਸੀਂ ਬਿਹਤਰ ਕਿੱਦਾਂ ਕਰ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਜਾਣ ਕੇ ਬਿਹਤਰ ਕਰ ਸਕਦੇ ਹਾਂ ਨਾ। ਮਤਲਬ ਜਿੱਥੇ ਥੋੜਾ ਟਾਈਮ ਤੁਹਾਨੂੰ ਲੱਗਦਾ ਵੀ ਤੇ ਵੇਸਟ ਕਰ ਲੱਗਦਾ ਕਿ ਜਿਹੜਾ ਕੁਝ ਅਸੀਂ ਕਰਦੇ ਹਾਂ ਉਹ ਸਾਰਾ ਹੀ ਜ਼ਰੂਰੀ ਆ, ਰੋਜ਼ ਤਾਂ ਮੇਰੇ ਕੋਲ ਕੁਝ ਨਹੀਂ ਆਉਂਦਾ। ਮੈਂ ਦੱਸ ਜਿਵੇਂ ਹੁਣ ਮੈਂ ਡਾਕਟਰ ਗਿਆ ਸੀਗਾ, ਮੈਂ ਉਹਦੀ ਵੀ ਕਿਤਾਬਾਂ ਮੰਨ ਸੀ, ਮੈਂ ਕਹਿੰਦੀ ਮੰਨ ਕਹਿੰਦੇ ਰਿਪੋਰਟ ਦੇ ਦਿਓ। ਮੈਂ ਕਿਹਾ ਤੁਹਾਡੇ ਕੋਲ ਹੈ ਨਹੀਂ ਵੀ ਪੰਜਾਬ ਤੇ ਜਦੋਂ ਚੜਾਓਗੇ ਤੁਹਾਡੇ ਕੋਲ ਪਹਿਲਾਂ ਆਊਗੀ, ਤੁਸੀਂ ਇਹ ਕਹੋ ਵੀ ਪੰਜਾਬ ਤੇ ਚੜਾਓ। ਕੋਈ ਬਹੁਤ ਹੀ ਜ਼ਰੂਰੀ ਨਹੀਂ ਹੈ ਕਿ ਦੇਣੀ, ਪਰ ਮੰਗ ਲਈ ਜੇ ਮੰਗ ਲਈ ਤਾਂ ਸਾਨੂੰ ਦੇਣੀ ਪਊਗੀ, ਜਦ ਕਿ ਉਹਨਾਂ ਕੋਲ ਹੁੰਦੀ ਹੈ। सर वो फिर तुरंत में आएगा। वो तुरंत में आएगा। देंगे बट तुरंत में आएगा। ਉਹ ਤੁਰੰਤ ਜਾਊਗਾ, ਉਹ ਤੁਰੰਤ ਨੀਡ ਹੈ ਨਾ, ਡਿਪਾਰਟਮੈਂਟ ਦੀ ਨੀਡ ਹੈ। ਨਾ ਨਾ ਇਹ ਤਾਂ ਹੈ ਜੇ ਉਹਨਾਂ ਨੂੰ ਲੋੜ ਹੈਗੀ ਆ, ਉਹਨਾਂ ਕੋਲ ਹੈਗੀ ਆ, ਵੈਸੇ ਹੀ ਮੰਗ ਰਹੇ ਨੇ ਉਹ। ਅੱਛਾ ਇਹ ਸਰ ਆਪਣਾ ਕੋਈ ਹੋ ਗਿਆ ਸਾਡਾ ਮੈਂ ਕੋ ਸਿੱਖਿਆ ਬੜੀ ਜ਼ਰੂਰੀ ਕੁਝ ਨਹੀਂ ਹੈ, ਇਸ ਤਰ੍ਹਾਂ ਤੋਂ ਮੰਗਿਆ ਜਾਂਦਾ ਹੈ। ਹੁਣ ਮਿਲਦੇ ਮਿਲਦੀ ਹੈ ਨਹੀਂ ਸਰ ਤੁਸੀਂ ਮੰਨ ਲਓ ਸਰ ਤੁਹਾਨੂੰ ਪੂਰੀ ਖੁੱਲ੍ਹ ਹੈ, ਤੁਹਾਡੇ ਕੋਲ 4 ਖਾਨੇ ਨੇ, ਉਹਨੂੰ ਲੱਗਦਾ ਨਾ ਤੁਸੀਂ ਲਿਖ ਲਓ। ਠੀਕ ਹੈ, ਮਤਲਬ ਆਪਾਂ ਐਂਡ 'ਚ ਕੋਈ ਕੱਢਣਾ ਹੈ ਨਹੀਂ, ਮਤਲਬ ਇਹ ਨਾ ਆਪਾਂ ਗੱਲਾਂ ਕਰਕੇ ਚਲੇ ਜਾਈਏ, ਕਨਕਲੂਡ ਕਰਕੇ ਨਿਕਲਾਂਗੇ ਨਾ। ਕਿਉਂਕਿ ਤਾਂ ਇੱਕ ਚੀਜ਼ ਹੈ। ਅੱਛਾ ਮੈਂ ਦੱਸਦਾ ਨਾ ਮੇਰੇ ਲਈ ਕੀ ਹੈ, ਮਤਲਬ ਜਿਹੜੀਆਂ ਚੀਜ਼ਾਂ ਸ਼ਾਇਦ ਤੁਹਾਨੂੰ ਸ਼ਾਇਦ ਆਈਡੀਆ ਸਾਰਾ ਤੁਸੀਂ ਦਿਖਾ ਦਿਓ ਸਰ, ਫਿਰ ਉਹਦੇ ਬਾਅਦ 'ਚ ਅਸੀਂ ਸਾਨੂੰ ਲਿਖਣਾ ਵੀ ਸੌਖਾ ਨਹੀਂ, ਮੈਂ ਆਈਡੀਆ ਦੇ ਰਿਹਾ ਜਦੋਂ ਜੈਸਮੀਨ ਨੇ ਦਿੱਤਾ ਹੈਗਾ ਕਿ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਅਸੀਂ ਜਦੋਂ ਇੱਕ ਇੰਸਟਾਗ੍ਰਾਮ ਖੋਲ ਲੈਂਦੇ ਹਾਂ, ਈਵਨ ਮੈਂ ਹੈ ਨਾ, ਮੈਂ ਇੰਸਟਾਗ੍ਰਾਮ ਵਾਲਾ ਬੰਦਾ ਹੈ ਨਹੀਂ, ਬਟ ਜਦੋਂ ਅਸੀਂ ਕੋਈ ਇੱਕ ਚੀਜ਼ ਖੋਲ ਲੈਂਦੇ ਹਾਂ ਤਾਂ ਸਵਾਈਪ ਕਰਦੇ ਕਰਦੇ ਹੋਰ ਸੋਹਣੀ ਚੀਜ਼ ਆ ਕੇ ਸਭ ਦੇਖੀਏ, ਸੌਂਦੇ ਸੌਂਦੇ ਫਿਰ ਆ ਵੀ ਦੇਖਦੇ ਹਾਂ 15 ਮਿੰਟ, ਅੱਧਾ ਘੰਟਾ, ਪੌਣਾ ਘੰਟਾ ਗਿਆ, ਜੇ ਜਦ ਤੱਕ ਸਾਨੂੰ ਕੋਈ ਠਾਲੇ ਨਾ ਹੁੰਦਾ ਹੈ। ਇਹ ਸਭ ਹੁੰਦਾ YouTube ਖੋਲੀ, ਇੱਕ ਚੀਜ਼ ਚੰਗੀ ਦੇਖੀ, ਉਹ ਤਾਂ ਕੰਮ ਦੀ ਸੀ, ਦੂਸਰੀ ਚੀਜ਼ ਖਤਮ ਹੋ ਗਈ, ਦੂਸਰੀ ਸ਼ੁਰੂ ਹੋ ਗਈ, ਪਰ ਸਾਡੇ ਬ੍ਰੇਨ ਨੂੰ ਸਵਾਦ ਆਉਣ ਲੱਗ ਗਿਆ ਤਾਂ ਅਸੀਂ ਦੇਖਦੇ ਗਏ ਫੇਸਬੁੱਕ ਤੇ ਅੱਧਾ ਘੰਟਾ ਗਿਆ, 1.5 ਘੰਟਾ ਗਿਆ। ਕੀ ਹੁੰਦਾ ਇਦਾਂ ਦਾ ਹੁੰਦਾ
ਮਤਲਬ ਮੇਰੇ ਨਾਲ ਤਾਂ ਬਹੁਤ ਹੁੰਦਾ ਜੀ, ਕਰ ਸਕਦਾ। ਤਾਂ ਮੈਂ ਇਹਨੂੰ ਬਹੁਤ ਖੱਲ ਪਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਰੋਜ਼। ਮਤਲਬ ਮੈਂ ਇਹਨੂੰ ਇੱਕ ਦਿਨ 'ਚ ਨਹੀਂ ਖਤਮ ਕਰਿਆ। ਮਤਲਬ ਦੇਖੋ ਜੀ 0% ਨਹੀਂ ਕਰ ਸਕਦੇ। ਵੀ ਆਰ ਹਿਊਮਨ। ਅਸੀਂ ਅੱਜ ਦੇ ਦੌਰ 'ਚ ਜੇ ਜੀਣਾ ਤਾਂ ਅੱਜ ਦੇ ਦੌਰ ਦੇ ਚੀਜ਼ਾਂ ਦੇ ਵਿੱਚ ਵਿਚਰਨਾ ਵੀ ਪੈਣਾ। ਜੇ ਅਸੀਂ ਕਹਾਂਗੇ ਮੈਂ ਅੱਜ ਤੋਂ ਸੋਸ਼ਲ ਮੀਡੀਆ ਨਾਲ ਜੁੜਨਾ ਹੀ ਨਹੀਂ ਹੈ ਨਾ, ਪਰ ਤੁਹਾਡੇ ਬੱਚੇ ਜੁੜੇ ਹੋਏ ਨੇ, ਤੁਹਾਨੂੰ ਪਤਾ ਹੈ। ਮਾਈਂਡ ਸੈਟ ਹਾਂ, ਮਤਲਬ ਤੁਹਾਨੂੰ ਲੱਗਦਾ ਵੀ ਉਸ ਟਾਈਮ ਲਈ ਉਹ ਤੁਹਾਡਾ, ਤੁਸੀਂ ਉਹਨੂੰ ਛੱਡ ਕੇ ਜੀ ਸਕਦੇ ਹੋ। ਜੇ ਹੁਣ ਤੁਸੀਂ ਬੱਚਿਆਂ ਦੀ ਹੋ ਗਈ ਹੈ, ਮੇਰੇ ਬੱਚੇ ਆਉਣ ਵਾਲੇ 2.5 ਸਾਲ ਤੋਂ ਐਕਟੀਵਿਟੀ ਦੇਖੀ ਹੋਈ ਨਹੀਂ, ਦੇਖਿਓ ਨਹੀਂ, ਰਿਚਾਰਜ ਹੀ ਨਾ ਕਰੋ। 2.5 ਸਾਲ ਹੋ ਗਏ ਮੈਂ ਨਹੀਂ ਦੇਖੀ, ਨਹੀਂ ਦੇਖੀ। ਕਿਉਂਕਿ ਮੈਨੂੰ ਲੋੜ ਹੀ ਮੋਬਾਈਲ ਦੇਖਦੇ ਮੈਂ ਮੋਬਾਈਲ ਤੇ ਸਰ ਆਏ ਵੀ ਜਿਵੇਂ ਹੁਣ ਆਪਣਾ WhatsApp ਹੈ, ਇਹ ਸਾਡੀ ਨੀਡ ਹੈ। ਹਾਂਜੀ ਹਾਂ, ਇਹ ਇਹ ਨਹੀਂ ਤੋਂ ਬਿਨਾਂ ਇਹ ਤਾਂ ਕਮਿਊਨੀਕੇਸ਼ਨ ਮੀਡੀਅਮ ਇਹ ਹੈ। ਇੰਸਟਾਗ੍ਰਾਮ ਵਗੈਰਾ ਕੁਝ ਨਹੀਂ, ਫੇਸਬੁੱਕ ਕੁਛ ਨਹੀਂ ਚਲਾਉਂਦੇ, ਇਹ ਤੁਹਾਡੇ ਲਈ ਹੈ। ਕਿ ਬਾਕੀਆਂ ਲਈ ਸਭ ਤੁਹਾਡੇ ਲਈ ਹੈ। ਸਰ ਹੋ ਸਕਦਾ ਹੈ ਮਾਈਂਡ ਸੈਟ ਪਰ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਬਾਤ ਜ਼ਰੂਰ ਦੇਖੋਗੇ। ਮਤਲਬ ਆਪਾਂ ਖੁੱਲ ਕੇ ਗੱਲ ਕਰ ਸਕਦੇ ਕਿ ਮੇਰਾ ਸਮਾਂ, ਮਤਲਬ ਮੈਂ ਦੱਸਾਂ ਵੀ ਜੇ ਮੈਂ YouTube ਪਰਸਨ ਹੈ ਨਾ, ਮੈਂ YouTube ਦਾ ਬਹੁਤ ਦੀਵਾਨਾ ਹੈ। ਕਿਉਂਕਿ YouTube ਇਦਾਂ ਦਾ ਇੱਕ ਮਾਧਿਅਮ ਹੈ, YouTube ਤੋਂ ਜਿਹੜੀ ਇਨਫੋਰਮੇਸ਼ਨ ਮਿਲ ਸਕਦੀ ਹੈ ਨਾ, ਤੁਹਾਨੂੰ ਕੋਈ ਵੀ ਬੁੱਕ ਨਹੀਂ ਦੇ ਸਕਦੀ। ਮੇਰੇ 2 ਚੈਨਲ ਚੱਲਦੇ ਨੇ YouTube ਤੇ। ਮੈਂ ਜਿਹੜੇ 8 ਸਾਲਾਂ ਤੋਂ YouTube ਯੂਜ਼ ਕਰਦਾ ਮੈਂ, ਹੈ ਨਾ, 8 ਸਾਲ। ਮੈਨੂੰ ਕਿਸੇ ਇੰਨੀ ਕਿਤਾਬ ਨੇ ਗਿਆਨ ਨਹੀਂ ਦਿੱਤਾ ਹੋਣਾ ਜਿੰਨਾ ਮੈਨੂੰ YouTube ਨੇ ਦਿੱਤਾ। ਬਟ ਉਹਦੇ ਕੁਝ ਸਾਈਡ ਇਫੈਕਟ ਨੇ। ਸਾਈਡ ਇਫੈਕਟ ਇਨ ਸੈਂਸ ਕਿ ਜਦੋਂ ਤੁਸੀਂ ਟਾਇਰਡ ਹੁੰਦੇ ਹੋ, ਜਦੋਂ ਤੁਸੀਂ ਥੱਕੇ ਹੋਏ ਹੁੰਦੇ ਸ਼ਾਮ ਨੂੰ, ਤਾਂ ਤੁਹਾਨੂੰ ਕੁਝ ਚੰਗੀਆਂ ਐਂਟਰਟੇਨਿੰਗ ਚੀਜ਼ਾਂ ਚਾਹੀਦੀਆਂ ਹੁੰਦੀਆਂ, ਹਾਸੀ ਮਜ਼ਾਕ ਵਾਲੀਆਂ ਜਾਂ ਕੁਛ। ਸਾਡਾ ਬ੍ਰੇਨ ਥੱਕ ਜਾਂਦਾ ਨਾ, ਤਾਂ ਉਸ ਟਾਈਮ ਅਸੀਂ ਇੱਕ ਚੀਜ਼ ਖੋਲ੍ਹੀ ਵੀਡੀਓ ਹਾਸੀ ਮਜ਼ਾਕ ਵਾਲੀ, ਚੁਟਕਲਿਆਂ ਵਾਲੀ ਜਾਂ ਕੁਛ ਵੀ। ਕਪਿਲ ਸ਼ਰਮਾ ਖੋਲ੍ਹ ਲਿਆ ਤਾਂ ਕਪਿਲ ਸ਼ਰਮਾ ਦੀ ਇੱਕ ਵੀਡੀਓ ਦੇਖੀ, ਦੂਜੀ ਦੇਖੀ, ਤੀਜੀ ਦੇਖੀ, ਚੌਥੀ ਦੇਖੀ, ਸਾਡਾ ਘੰਟੇ 2 ਘੰਟੇ ਗਏ। ਕੀ ਉੱਥੇ ਅਸੀਂ 15 ਮਿੰਟ ਸਰ ਸਕਦਾ ਸੀ, ਉਹ ਵੇਸਟ ਹੋਇਆ ਨਾ। ਕੀ ਉਹਨੂੰ ਤਾਂ ਮੰਨਦੇ ਹੋ ਨਾ ਤੁਸੀਂ, ਵੇਸਟ ਆਫ ਟਾਈਮ। ਮਤਲਬ ਉੱਥੇ ਆਪਣਾ ਨਾ ਤਾਂ ਉਹ ਤੁਰੰਤ ਸੀਗੀ, ਨਾ ਉਹ ਇੰਪੋਰਟੈਂਟ ਸੀਗੀ। ਤਾਂ ਮੇਰੇ ਲਈ ਉਹ ਚੀਜ਼ ਹੈ ਵੀ ਉੱਥੇ ਮੈਂ ਉੱਥੇ ਨੋ ਇਹ ਚੀਜ਼ ਐਡ ਕਰ ਸਕਦਾ ਵੀ ਤਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੋ ਆਉਣੀਆਂ। ਪਰ ਤੁਸੀਂ ਲਿਖ ਸਕਦੇ ਹੋ। ਕੀ ਮੈਂ ਸਮਝਾ ਪਾਇਆ ਜੀ ਸਰ? ਐਦਾਂ ਦੀ ਕੋਈ ਚੀਜ਼ ਦੱਸਣਾ ਚਾਹਾਂ, ਮਤਲਬ ਇਹੀ ਇਹ ਜਿਹੜਾ ਖਾਣਾ ਨਾ, ਇਹ ਇਹਦੇ ਤੇ ਟਾਈਮ ਲੱਗਦਾ ਆਪਣਾ। ਸਰ ਤੁਸੀਂ ਮੈਂ ਦਵਾ ਬੋਲ ਤਾਂ ਕੋਈ ਨਹੀਂ ਭਾਈ। ਮੈਂ ਨਾ ਤਾਂ ਘੁੰਮ ਰਹੀ ਮੈਂ ਸਾਦਾ ਕਿ ਮੇਰੇ ਸਕੂਲ ਤੇ ਬੰਦੇ ਆ ਗਏ। ਕੋਈ ਦੱਸੋ। ਮੈਂ ਜਦੋਂ ਮੈਂ ਸਰ ਕਮਾਈ ਨਾ ਤੇ ਤੁਸੀਂ ਲੱਗੋ ਜਦੋਂ ਤੁਹਾਡੇ ਆਪਣੇ ਇੱਕ ਨਾ ਆਪਣਾ ਮਾੜਾ। ਨਹੀਂ ਸਰ, ਕੋਈ ਗੱਲ ਨਹੀਂ। ਜਿਹੜਾ ਆਪਣਾ ਦੇਸ਼ ਹੈ ਜੀ, ਹਾਂਜੀ ਹਾਂ, ਆਪਣੇ ਦੇਸ਼ ਨੂੰ ਸਭ ਤੋਂ ਲੱਗੋ ਕੋਈ ਕਰੰਸੀ ਜ਼ਰੂਰੀ ਸਭ ਤੋਂ ਹੋ ਰਿਹਾ ਜੀ। ਬੰਦੇ ਦਿੰਦੇ ਹੈ ਜੀਓ ਜੀ, ਮੈਂ ਪਹਿਲਾਂ ਮੇਰੇ ਜੀਓ ਜੀ। ਹਾਂਜੀ ਕਹਿੰਦਾ ਮੈਂ ਐਮਐਲਏ ਕਹਿੰਦਾ ਤੁਸੀਂ ਡਾਕ ਭੇਜ ਦਿਓ। ਮੈਂ ਕਿਹਾ ਬਿੱਟੂ ਮੈਂ ਦੂਰ ਦਾ ਬਾਹਰੋਂ ਪਾਣੀ ਦਾ ਮੈਂ ਜਾਣਾ ਬੀਪੀ, ਮੈਂ ਬੀਪੀ ਨੂੰ ਜਿਹੜਾ ਮੈਂ ਜ਼ਰੂਰੀ ਹੈ ਜੀ। ਕਹਿੰਦਾ ਐਮਐਲਏ ਸਾਹਿਬ ਕਹਿੰਦਾ ਮੈਂ ਦੱਸਿਆ ਮੈਂ ਐਮਐਲਏ ਮਾਸੀ ਮੈਂ ਪੜ੍ਹਾਈ ਹੈ ਤੇ ਮਾਮੇ ਮੈਂ ਪੜ੍ਹਾਏ ਆ। ਮੈਂ ਐਮਐਲਏ ਨਾਨਕੇ ਦੇ ਦਫੇੜੇ ਹੈ ਜੀ। ਮੈਂ ਬਤਾ ਕੇ ਦਫੇੜੀ ਦਿੰਦਾ ਮੈਂ ਦੂਸਰਾ ਪੜ੍ਹਾ ਗਿਆ ਮੇਰੇ ਤੋਂ ਠੰਡਾ ਹੋ ਜਾ ਦੇ ਐਮਐਲਏ ਰੋ ਪਾ ਦੇ ਆਪ ਪਾ ਦੇ ਮਾਂ ਹੋ ਗਈ ਹੈ ਟੀਚਰ ਨੂੰ ਗੱਲਬਾਤ ਕਰੀ ਤਾਂ ਲਗਾ ਪਾਈ। ਉੱਥੋਂ ਨਿਕਲੇ ਗਰੀਦਾਰ ਕਰੀ ਮੈਨੂੰ ਪੁਰਾਣੇ ਦਫ਼ਤਰ ਕੋਲ ਆ ਗਿਆ ਤੇ ਜਿਹੜੇ ਆਪਣੇ ਮੁਲਾਜ਼ਮਾਂ ਦੀ ਟੀਚਰਾਂ ਸਾਰੇ ਸਾਨੂੰ ਲਾਭ ਕਲੀਅਰ ਦਾਤ ਚੈੱਕ ਕਰਵਾਉਂਦੇ ਤੁਹਾਨੂੰ ਵਧੀਆ ਆ ਗਈਆਂ ਜੀ। ਫਿਰ ਆ ਗਈ ਲਾਭ ਕਲੀਅਰ ਦੇ ਜਿੰਨੇ ਵੀ ਪਿੰਡ ਆ, ਜਿੰਨੇ ਵੀ ਘਰ ਇਕੱਲੇ ਜਿਹੜਾ ਉਹ ਮਾਲਕ ਆ ਉਹ ਨਾ ਉਹਦੀ ਜਾਇਦਾਦ ਪਤਾ ਕੀਤੀ ਜਾਵੇ। ਫਿਰ ਬੁਲਾਇਆ ਆ ਗਈ ਜੀ ਤੇ ਕੌਣ ਕਰੂਗਾ? ਟੀਚਰ ਕਰਨਗੇ। ਹਾਂਜੀ ਹੋਰ ਸਰ ਜੀ ਜੀ ਤੋਂ ਪਹਿਲਾਂ ਵੀਡੀਓ ਮੈਨ ਦਾ ਫੋਨ ਗਿਆ ਜੀ, ਜਸਵੀਰ ਸਿੰਘ ਹੁਣੀ ਫੋਨ ਕਰ ਬੱਚੇ ਵਧਾਓ ਬੱਚੇ ਵਧਾਓ ਬੱਚੇ ਵਧਾਓ। ਠੀਕ ਹੈ, ਤੇ ਉਹਦਾ ਸਾਡੇ ਕਹਿਣ ਦਾ ਮਤਲਬ ਹੈ ਕਿ ਅਰਜੈਂਸੀ ਇੰਨੀ ਹੈ, ਅਰਜੈਂਟ ਕੰਮ ਇੰਨੇ ਕਿ ਨਹੀਂ, ਉਹ ਜਿਹੜੀ ਇੰਪੋਰਟੈਂਟ ਕੰਮ ਨੇ ਉਹਨਾਂ ਨੂੰ ਵੀ ਰੋਕ ਦਿੰਦੇ ਨੇ। ਸਰ ਇਦਾਂ ਹੀ ਹੈ ਨਾ, ਮਤਲਬ ਅਰਜੈਂਟ ਕੰਮ ਇੰਨੇ ਜ਼ਿਆਦਾ ਨੇ ਤੁਹਾਡੇ ਹੁਣ ਹੁੰਦੇ ਹੈ ਨਾ। ਉਹੀ ਆਪਾਂ ਗੱਲ ਕਰਨਾ ਹੈ ਨਾ ਵੀ ਅਰਜੈਂਟ ਜ਼ਿਆਦਾ ਨੇ, ਇੰਪੋਰਟੈਂਟ ਘੱਟ ਹੋ ਗਏ ਨੇ। ਸਰ ਉਹ ਮੇਰੇ ਜੀਵਨ ਜੀ ਉਸ ਨੂੰ ਕਿੰਨਾ ਪੈਸਾ ਚਾਹੀਦਾ, ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਜੀ। ਮੈਂ ਕਿਹਾ ਮੇਰੇ ਸਾਹਮਣੇ ਪਲੇਟ ਲੱਗਾ, ਪਲੇਟ ਦੇ ਕੋਲੇ ਬੈਠੇ ਸੀ, ਮੈਨੂੰ ਕੋਈ ਫੋਨ ਕੇ ਲੈ ਜਾ 1.25 ਲੱਖ ਲੱਗਿਆ ਹੋਇਆ ਮੇਰੇ ਹਿਸਾਬ ਨਾਲ। ਮੈਂ ਉਹਦਾ ਟੀਚਰ ਦੇ ਦੇ ਅਸੀਂ ਪੇਪਰ ਤਿਆਰ ਆ ਕੁਝ ਨਹੀਂ ਹੋਇਆ ਕਿ ਫਾਰਮੈਟ ਦੀਆਂ ਜੀ ਜਿਹੜਾ ਜੋ ਪੈਨ ਵੀ ਤੁਹਾਡੇ ਵਾਸਤੇ ਡੀਪ ਦਰਦ ਵਾਸਤੇ ਜ਼ਰੂਰੀ ਹੁੰਦਾ ਹੈ। ਇੱਕ ਦੇ ਆਉਣ ਵਾਸਤੇ ਕੰਪਿਊਟਰ ਦੀ ਕੋਈ ਮਹੱਤਵ ਨਹੀਂ ਹੈ, ਆਪਾਂ 20 ਵਾਸਤੇ ਹੈਗੀ ਜੀ। ਉਹਨਾਂ ਨੇ ਡਾਟਾ ਕਲੈਕਟ ਕਰਨਾ ਸਾਡਾ ਤੇ ਆ ਕੇ ਪੜਾਉਣਾ ਜੀ। ਤੇ ਆਪ ਜਾਵੇ 5 ਦਿਨ ਪੜਾ ਕੇ ਤੱਕ ਆਹ ਸਪਰੇ ਸਾਰਾ ਇਹ ਬੇੜਾ ਕਰ। ਪਰ ਸਰ ਹੁਣ ਜਿੱਦਾਂ ਚਲੋ ਉਸ ਤੋਂ ਚਲੋ ਐਚਟੀ ਸੀ, ਪਰ ਹੁਣ ਤੁਹਾਡੀ ਪ੍ਰੋਫਾਈਲ ਵੀ ਤਾਂ ਚੇਂਜ ਹੋਈ ਹੈ। ਸੀਐਚਟੀ ਦੀ ਪ੍ਰੋਫਾਈਲ ਪੜਾਉਣਾ ਮੈਨੂੰ ਲੱਗਦਾ ਨਹੀਂ ਪੜਾਉਣਾ ਨਹੀਂ ਸਰ ਸੱਤ ਮਾਰਦੇ ਗੱਲ ਕੀ ਹੈ ਜੀ, ਜਿੱਥੇ ਅਸੀਂ ਬੈਠੇ ਆ ਹਾਂ ਚਲੋ ਕੋ ਬੈਠੇ ਮੇਰੇ ਸੀਐਚਟੀ ਦੇ ਮਤਲਬ ਸੈਂਟਰ ਟੀਚਰ ਪਿੱਛੇ ਦੇ ਰਹਿ ਗਏ ਜੀ। ਇੱਕ ਸਰ ਕਰਦੇ ਸੁਣੀਏ ਪੜਾਉਂਗੇ ਜੀ। ਜਿਹੜਾ ਸਾਡੇ ਕੋਲੇ
ਲੌਬੀ ਹੈ ਨਾ, ਜਿਹੜੀ ਲੌਬੀ ਜਾ ਕੇ ਅਸੀਂ ਬੈਠਦੇ ਹਾਂ, ਉਹ ਉਹਨਾਂ ਚੋਂ 90% ਬੱਚੇ ਖਾਣਾ ਨਹੀਂ ਖਾਂਦੇ। ਉਹ ਮੈਂ ਉਹਨੂੰ ਇਹਦੇ ਟੱਕਰਾਂ ਮਾਰੀ ਹੈ ਨਾ, ਉਹ ਹੈ ਵੱਧ ਤੋਂ ਵੱਧ ਘਰੇ ਬੜਾ ਹੋਵੇ ਤਾਂ ਇਸ ਹੋਊਗਾ ਵੀ ਇਹ ਮੇਰੀਆਂ ਲੋੜਾਂ ਨਹੀਂ ਪੂਰੀਆਂ ਕਰ ਰਹੇ, ਉਹਨੂੰ ਤਾਂ ਪਤਾ ਹੀ ਨਹੀਂ। ਕਿੱਦਾਂ ਸਰ ਮਤਲਬ ਟੱਕਰਾਂ ਮਾਰਨਾ? ਜਿਵੇਂ ਹੁਣ ਅਸੀਂ ਮੈਂ ਉਹਨਾਂ ਨੂੰ ਬੱਚਿਆਂ ਦੱਸਣ ਲੱਗਾ ਜਾਂ ਉਹਨਾਂ ਨੂੰ ਕੰਪਿਊਟਰ ਬਾਰੇ ਦੱਸਣਾ। ਨਹੀਂ ਸਰ ਉਹਨਾਂ ਇਹ ਉਹਨਾਂ ਦੀ ਨਹੀਂ ਇਹ ਤੁਹਾਡੇ ਲਈ ਹੈ। ਨਹੀਂ ਪਤਾ ਕਿ ਸਾਡੇ ਲਈ ਤਾਂ ਹੈ। ਹੁਣ ਜਦੋਂ ਸਾਨੂੰ ਪਤਾ ਲੱਗ ਗਿਆ ਜੀ, ਅਸੀਂ ਉਹਨਾਂ ਨੂੰ ਮਾਹੌਲ ਦਿੱਤਾ, ਜਿਵੇਂ ਪ੍ਰੋਜੈਕਟਰ ਲੱਗੇ ਹੋਏ, ਅਸੀਂ ਪ੍ਰੋਜੈਕਟਰ ਤੇ ਕੰਮ ਕਰਾਉਂਦੇ ਹਾਂ। ਉਹ ਘਰੇ ਜਾ ਕੇ ਉਹਨਾਂ ਕਹਿੰਦਾ ਪੁੱਤਾ ਪੀਡੀਐਫ ਮੈਂ ਤੁਹਾਨੂੰ ਗਰੁੱਪ ਵਿੱਚ ਸੈੱਟ ਕਰਤੀ, ਜਾ ਕੇ ਖੋਲ ਲੈ, ਬੋਲੂ ਕਿਵੇਂ? ਸਰ ਉਹਦਾ ਮੈਂ ਥੋੜਾ ਜਿਹਾ ਮਤਲਬ ਇਹ ਹਾਲੇ ਤੱਕ 100 ਸਾਲ ਲਈ ਆਪਣੇ ਇੰਡੀਆ ਮੇਰੀ ਗੱਲ ਸੁਣੋ ਸਰ, ਦੇਖੋ ਆਪਾਂ ਮੋਬਾਈਲ ਯੂਜ਼ ਕਰਦੇ ਆ ਨਾ, ਮੋਬਾਈਲ ਆਪਾਂ ਜਦੋਂ ਯੂਜ਼ ਕਰਦੇ ਮੰਨ ਲਓ ਕਿ ਤੁਸੀਂ ਅੱਜ ਮੋਬਾਈਲ ਵਰਤਣਾ ਬੰਦ ਕਰ ਦਿਓ, ਮੈਂ ਨਹੀਂ ਵਰਤਦਾ, ਤੁਸੀਂ ਅੱਜ ਚਿੱਠੀ ਪੱਤਰ ਤੇ ਵੀ ਮੈਂ ਡਾਕ ਭੇਜੂੰਗਾ, ਡਾਕਖਾਨੇ ਜਾ ਕੇ ਆਊਂਗਾ, ਰੋਜ਼ ਸਟੈਂਪਾਂ ਲਾਊਂਗਾ, ਉਹਦੇ ਹੋਰ ਲਾਇਆ ਕਰੂੰਗਾ, ਫਿਰ ਸੁਨੇਹਾ ਭੇਜਿਆ ਕਰੂੰਗਾ। ਪਰ ਤੁਸੀਂ ਸੌਖਾ ਚੁਣ ਲਿਆ, ਮੋਬਾਈਲ ਚਲਾਉਣਾ ਸ਼ੁਰੂ ਕੀਤਾ ਨਾ ਸਰ, ਤੁਸੀਂ ਮਤਲਬ ਇੱਕ ਮਿੰਟ ਸਰ ਸੁਣੋ, ਤੇ ਉਹ ਹੁਣ ਤੁਸੀਂ ਉਹਦੇ ਯੂਜ਼ ਟੂ ਹੋ ਗਏ ਆ, ਹੁਣ ਤੁਹਾਡਾ ਲਾਈਫ ਦਾ ਹਿੱਸਾ ਬਣ ਗਿਆ, ਹੋ ਗਿਆ ਨਾ ਸਰ, ਤੁਸੀਂ ਪਿੱਛੇ ਨਹੀਂ ਜਾ ਸਕਦੇ। ਏਦਾਂ ਹੀ ਇਹ ਹਾਲੇ ਤੁਹਾਡੇ ਹਿੱਸੇ ਤੋਂ ਬਾਹਰ ਹੈ, ਤਾਂ ਤੁਹਾਨੂੰ ਇਹ ਲੱਗ ਰਿਹਾ ਜਦ ਤੁਹਾਡਾ ਹਿੱਸਾ ਬਣ ਚੁੱਕਾ ਨਾ, ਇਹ ਹਿੱਸਾ ਨਾ ਜੀ, ਇਹ ਅਸੀਂ ਨਾ ਚਾਹੁੰਦੇ ਹੋਏ ਸਾਨੂੰ ਬਣਾਤਾ। ਕਿਸੇ ਤੋਂ ਪਹਿਲੀ ਬਾਤ ਦਿੱਤਾ ਕਿਤਾਬਾਂ ਵਾਲੀ ਹਿੱਸਾ ਨਹੀਂ ਬਣ ਸਕਦਾ ਜੀ ਸਰ ਏਦਾਂ ਹੀ ਨਾ ਹਿੱਸਾ ਬਣਿਆ ਆਪਣੇ ਹੋਏ ਹਿੱਸਾ ਤਾਂ ਬਣਿਆ ਹੋਇਆ ਜੋ ਕਮਿਸ਼ਨ ਦੇ ਉੱਤੇ ਕਿਹਾ ਸੀ ਕਿਤਾਬਾਂ ਵਾਲਾ ਮੈਨੂੰ ਲਿਖ ਕੇ ਦੇ ਕੇ ਜਾਓ ਨਾ, ਇਹ ਉਹਨਾਂ ਸਾਹਮਣੇ ਪਿਆ ਕਿ ਜਦੋਂ ਮੈਂ ਪਹਿਲਾਂ ਦੱਸੇ ਸਾਰੇ ਪੰਜਾਬ ਦੀ ਕਿਤਾਬਾਂ ਦੇਖ ਸਕਦੇ ਆ, ਦੱਸਦੇ ਸਾਰੇ ਪੰਜਾਬ ਦੀ ਕਿਤਾਬਾਂ ਉਹ ਸਰ ਇੱਕ ਲੱਗ ਐਸਪੈਕਟ ਆ, ਉਹ ਕਿੱਥੇ ਦੇ, ਬਟ ਇਹ ਆਪਾਂ ਗੱਲ ਕਰ ਰਹੇ ਹਾਂ ਵੀ ਇਹਦੀ ਜ਼ਰੂਰਤ ਹੈਗੀ ਹੈ ਜਾਂ ਨਹੀਂ, ਇਹਦੀ ਜ਼ਰੂਰਤ ਹੈਗੀ ਆ, ਸਾਰੇ ਯੂਜ਼ ਕਰ ਰਹੇ ਨੇ, ਸਾਰੇ ਯੂਜ਼ ਕਰਦੇ ਨੇ, ਜਿੰਨੇ ਵੀ ਸਟੇਕ ਹੋਲਡਰਸ ਨੇ ਆਪਣੇ ਯੂਜ਼ ਕਰ ਰਹੇ ਨੇ। ਆਪਾਂ ਇਹ ਕਹਿ ਕੇ ਨਹੀਂ ਭੱਜ ਸਕਦੇ ਵੀ ਇਹਨੂੰ ਸਾਡੀ ਸਾਨੂੰ ਜ਼ਰੂਰਤ ਨਹੀਂ ਹੈ ਨਾ, ਜੇ ਸਿੱਖਾਂਗੇ ਇਹਨੂੰ ਆਪਾਂ ਆਪਣਾ ਦੇਖੋ ਫੋਨ ਬਣਾਇਆ ਨਾ ਆਪਾਂ ਨੇ ਅੱਜ ਤੋਂ 10-15 ਸਾਲ ਪਹਿਲਾਂ ਜਿਹੜੇ ਬਸ ਜਨਰੇਸ਼ਨ ਸੀਗੀ ਸਭ ਤੋਂ ਘੱਟ ਵੱਡੀ ਉਮਰ ਦੀ, ਉਹ ਇਹ ਕਹਿੰਦੇ ਸੀ ਇਹਦਾ ਕੀ ਫਾਹਾ, ਅੱਜ ਹਰ ਬਜ਼ੁਰਗ ਕੋਲ ਵੀ ਸਮਾਰਟਫੋਨ ਹੈਗਾ ਕਿ ਨਹੀਂ ਹੈਗਾ, ਘੱਟੋ ਘੱਟ ਫੋਨ ਤਾਂ ਜ਼ਰੂਰ ਹੈ ਨਾ। ਤੇ ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਕਦੇ ਸੋਚਿਆ ਨਹੀਂ ਸੀ ਕਿ ਕਿਤੋਂ ਬੈਠ ਕੇ ਤੇਰਾ ਗੱਲ ਕਰਨੀ, ਤਾਂ ਘੱਟੋ ਘੱਟ ਜਿੱਦਾਂ ਮੈਡਮ ਕੱਲ੍ਹ ਦੇਖ ਰਹੇ ਸੀ, ਮੈਂ ਹਾਲੇ ਵੀ ਸਕੇਲ ਨਾਲ ਲਾਈਨਾਂ ਮਾਰ ਰਹੇ ਸੀ ਕਿ ਤੁਸੀਂ 70 ਪੇਜਾਂ ਦੇ ਉੱਤੇ ਸਕੇਲ ਨਾਲ ਲਾਈਨਾਂ ਮਾਰਨੀ ਹੈ, ਕਿੰਨਾ ਟਾਈਮ ਵੇਸਟ ਹੋਊਗਾ ਤੁਹਾਡਾ। ਇੱਕ ਚੀਜ਼ ਤੁਹਾਡੇ ਕੋਲ ਬਣੀ ਬਣਾਈ ਪਈ ਹੈ, ਜਦ ਤੁਸੀਂ ਬਟਨ ਦਬਣਾ 70 ਲਾਈਨਾਂ ਜਦ ਉਹਦੇ ਇੱਕ ਵਾਰ ਐਂਟਰ ਪਾਉਣਾ, ਕਿੰਨਾ ਸੌਖਾ ਹੈ। ਮਤਲਬ ਇਹ ਸਾਡੀ ਦੱਸਣ ਦੀ ਜਿਹੜੀ ਉਹਦਾ ਧੱਕੀ ਜਾਉਂਗੇ ਉਹਨੂੰ ਪਿੱਛੇ ਨਾ ਮੇਰੇ ਸਾਥ ਲੱਗੂਗਾ, ਤਾਂ ਸਾਡੇ ਲਈ ਹੈ ਹੀ ਨਹੀਂ, ਇਹ ਤਾਂ ਬਹੁਤ ਚੀਜ਼ਾਂ ਨਹੀਂ ਹੈਗੀਆਂ। ਪਤਾ ਕੀ ਗੱਲ ਹੈ, ਇਹਦੇ ਭੇਜੇ ਉੱਥੇ ਨੇ ਜਿੱਥੇ ਉਹਦੇ ਨਾਲੇ ਦਾ ਮਾਹੌਲ ਸਾਰਾ ਹੋ ਰਿਹਾ ਹੈ। ਹੁਣ ਬੱਚੇ ਨੇ ਉਹਨਾਂ ਨੂੰ ਇਹ ਪੜਾਇਆ ਗਿਆ, ਉਹਨਾਂ ਨੂੰ ਨੌਲੇਜ ਇਸ ਗੱਲ ਦੀ, ਉਹ ਕਰ ਸਕਦੇ ਨੇ, ਠੀਕ ਹੈ ਨਾ ਜੀ। ਹੁਣ ਇੱਕ ਬਜ਼ੁਰਗ ਆ, ਉਹਨੂੰ ਆਈਫੋਨ ਲੈ ਕੇ ਦੇ ਦੇਗਾ, ਉਹ ਇਹਦੇ ਤੋਂ ਵੱਧ ਕੋਈ ਕੀ ਕੰਮ ਲੈਗਾ। ਸਰ ਆਪਾਂ ਹੁਣ ਕੋਸ਼ਿਸ਼ ਕਰਾਂਗੇ, ਆਪਾਂ ਨੇ ਕੋਈ ਸਿਖਾਉਣਾ ਨਹੀਂ ਹੈਗਾ, ਆਪਾਂ ਇੱਕ ਦੂਜੇ ਤੋਂ ਸਿੱਖਣਾ, ਤਾਂ ਹੀ ਮੈਂ ਕਹਿ ਰਿਹਾ ਕਿ ਆਪਾਂ ਇੱਕ ਦੂਜੇ ਤੋਂ ਐਕਸਪਰਟ ਨਹੀਂ ਹੋਣਾ। ਆਪਾਂ ਨੇ ਪੂਰੇ ਆਪਣੇ ਤੋਂ 6 ਮਹੀਨੇ ਨੇ, 6 ਮਹੀਨੇ ਚ ਘੱਟੋ ਘੱਟ ਜੇ ਤੁਸੀਂ ਇਹ ਵੀ ਸਿੱਖ ਗਏ ਨਾ ਵੀ ਇੱਕ ਐਕਸਲ ਸ਼ੀਟ ਖੋਲ ਕੇ ਡਾਟਾ ਕਿੱਦਾਂ ਐਂਟਰ ਕਰਨਾ ਹੈ, ਤੁਹਾਡਾ ਵੀ ਮਕਸਦ ਪੂਰਾ ਹੋ ਗਿਆ, ਸਾਡਾ ਵੀ ਪੂਰਾ ਹੋ ਗਿਆ। ਆਪਾਂ ਇਹ ਨਹੀਂ ਕਰਨਾ ਕਿ ਇਹ ਕਿਵੇਂ ਚੱਲਦਾ, ਕੀ ਇਹਦੇ ਵਿੱਚ ਕੀ ਸਰ ਹੈ। ਸਮੇਂ ਦੀ ਲੋੜ ਹੈ, ਇਹ ਜਦੋਂ ਤੱਕ ਆਪਾਂ ਇਹਦੇ ਯੂਜ਼ਫੁਲ ਨਹੀਂ ਹੁੰਦੇ ਉਦੋਂ ਤੱਕ ਆਪਾਂ ਨੂੰ ਈਜ਼ੀ ਨਹੀਂ ਲੱਗਣਾ। ਬਿਲਕੁਲ ਬਿਲਕੁਲ ਠੀਕ ਹੈ ਸਰ, ਪਹਿਲਾਂ ਚੁੱਲ੍ਹੇ ਤੇ ਖਾਣਾ ਬਣਦਾ ਸੀ, ਹੁਣ ਗੈਸ ਤੇ ਬਣਨ ਲੱਗ ਗਿਆ, ਹੁਣ ਆਪਾਂ ਯੂਜ਼ ਹੋ ਗਏ। ਠੀਕ ਹੈ ਸਰ, ਇਸੇ ਪੂਰੇ ਸਾਨੂੰ ਪਤਾ ਲੱਗਾ ਲੋਕ ਤਾਂ ਅਲੱਗ ਹੋ ਕੇ ਆਉਂਦੇ ਨੇ। ਮੈਂ ਸਾਲ ਤੋਂ ਬਾਅਦ ਕਦੇ ਮਨ ਵਿੱਚ ਲਓ। ਐਵਰੇਜ 50 ਦਾ ਬਾਕੀ ਲੈ ਜਾਓ, ਮੈਂ ਲੈਂਦਾ ਕੀ ਗੱਲ ਹੈ ਜੀ? ਨਹੀਂ ਕੰਪਿਊਟਰ ਦਾ ਫਾਇਦਾ ਹੀ ਫਾਇਦਾ ਹੈ, ਆਪਾਂ ਨਹੀਂ ਕਹਿ ਸਕਦੇ ਨਹੀਂ, ਫਾਇਦਾ ਹੈ। ਪਰ ਇਹ ਵੀ ਸਾਨੂੰ ਵਰਤੋਂ ਸਾਨੂੰ ਹਜੇ ਵਰਤਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈਗੀ ਆ। ਸਰ ਕਿਹੜੇ ਨੌਲੇਜ ਸਾਨੂੰ ਪਾਣੀ ਹੁਣ ਨੈਟ ਤੇ ਨਵਾਂ ਸਿੱਖੇ ਤੁਸੀਂ ਦੱਸੋ ਵੀ ਇਹ ਕਿੰਨਾ ਹੀ ਫਰਕ ਦੇਖ ਰਹੇ ਹੋ ਵਧੀਆ ਲੱਗਦਾ ਸਰ, ਮੈਂ ਸਾਰਾ ਕੰਮ ਇੱਥੇ ਕਰਿਆ, ਪੰਜ ਦਾ ਸਾਰਾ ਕੰਮ ਇੱਥੇ ਕਰਿਆ। ਪੂਰੀ ਗੱਲ ਹੁਣ ਅਸੀਂ ਮਾਰਕਸ ਮੈਂ ਤਾਂ ਪੀ ਲੈਂਦਾ, ਕੋਈ experience ਸਾਰੇ ਕਰਾਂਗੇ ਅਜੇ ਵੀ। ਪਰ ਜੇ ਆਪਾਂ ਇਹ ਨਾਮ ਦਾ ਹੁੰਦਾ ਫਿਰ ਆਪਾਂ ਕਿਸੇ ਕੈਫੇ ਦੇ ਠੀਕ ਹੈ। ਜਾਂਦੇ। ਮਤਲਬ ਮੈਂ ਇਸ ਚੀਜ਼ ਨੂੰ ਦੱਸ ਰਿਹਾ ਹਾਂ ਕਿ ਸਮਾਧਾਨ ਨੂੰ ਵੇਸਟ ਕਰ ਰਹੇ ਆ, ਪਰ ਉਹ ਵੇਸਟ ਨਹੀਂ ਹੈਗਾ, ਉਹ ਨੀਡ ਹੈ। ਉਹਦੇ ਕੀ ਗੱਲ ਆ? ਜਿਹੜੀ ਗੱਲਬਾਤ ਹੈ ਗੱਲ ਮਾਰਕੀਟ ਜਾਈਏ, ਚੁੱਲ੍ਹੇ ਤੇ ਰੋਟੀ ਖਵਾ ਕੇ ਲੈਪਟਾਪ ਦੇ ਕੰਮ ਨਹੀਂ ਹੁੰਦਾ। ਇਹ ਵੀ ਗੱਲ ਹੈ ਜੀ ਨਾ। ਉਹੀ ਗੱਲ ਹੈ ਨਾ ਵੀ ਸਮੇਂ ਦੇ ਹਾਣੀ ਹੋਣ ਲਈ ਨਹੀਂ ਉਹੀ ਗੱਲ ਹੈ ਕਿ ਉਸ ਤਰ੍ਹਾਂ ਆਪਾਂ ਉਹ ਛੱਡਤਾ ਹੋਣਾ। ਪਤਾ
ਗੱਲ ਕੀ ਹੈ ਜੀ, ਦੇਖੋ ਹੁਣ ਅਸੀਂ ਇਹ ਜ਼ਿੰਦਗੀ ਦਾ ਬਹੁਤ ਵੱਡਾ ਹੋਊਗਾ। ਮੈਂ ਮਤਲਬ ਤੁਹਾਨੂੰ ਰੱਖਣਾ ਹੀ ਜਾ ਰਹੀ ਸ਼ਾਇਦ, ਪਰ ਮੈਂ ਸਾਰਾ ਉਹ ਗੱਲ ਤੋਂ ਤੁਹਾਨੂੰ ਤੁਹਾਡੀ ਦੀ ਆ ਗੱਲ ਹੈ ਉੱਤੇ ਸ਼ਾਇਦ ਤੁਹਾਡੇ ਨਾਲ ਨਹੀਂ ਸਹਿਮਤ ਹੋਊਗਾ ਵੀ ਸਾਨੂੰ ਆਪਣਾ ਦਾਇਰਾ ਥੋੜਾ ਜਿਹਾ ਖੁੱਲ੍ਹਾ ਪੈਣਾ ਵੀ ਸਾਨੂੰ ਵੀ ਜੇ ਮੈਂ ਇੱਥੇ ਤੱਕ ਹੀ ਰਹਿਣਾ ਇੰਨੇ ਕੁ ਦਾਇਰੇ 'ਚ ਰਹਿਣਾ ਹੈ, ਤੇ ਉਹ ਸ਼ਾਇਦ ਸਾਡੀ ਲਰਨਿੰਗ ਹੈ ਜਿਹਦੇ ਨੇ ਵੀ ਲਰਨਿੰਗ ਆ ਉਹਨੂੰ ਬੰਦੇ ਸਿੱਖਣਾ ਬੰਦ ਕਰ ਦੂਗਾ ਬੰਦਾ ਸਿੱਖਣਾ ਜਿਹੜਾ ਹੁੰਦਾ ਮਤਲਬ ਆਈ ਥਿੰਕ ਸਿੱਖਦੇ ਤਾਂ ਅਸੀਂ ਕਿਸੇ ਤੋਂ ਹੀ ਰਹਿੰਦੇ ਹਾਂ। ਮੈਂ ਸਭ ਤੋਂ ਸਿੱਖ ਰਿਹਾ ਹਾਂ, ਤੁਹਾਡੇ ਤੋਂ ਸਿੱਖ ਰਹੇ ਹਾਂ, ਸਾਡੇ ਉੱਠਣ ਬੈਠਣ ਦੇ ਤਰੀਕੇ ਤੋਂ ਸਿੱਖ ਰਹੇ ਹਾਂ, ਸਾਡੇ ਬੋਲਣ ਤੋਂ ਤਰੀਕੇ ਤੋਂ ਮੈਂ ਸਿੱਖਾਂਗਾ ਕੌਨਸ਼ੀਅਸਲੀ ਅਨਕੌਨਸ਼ੀਅਸ ਉਸ ਤਾਂ ਮੈਂ ਜਾਣ ਬੁੱਝ ਕੇ ਸਿੱਖਾਂਗਾ, ਕੁਝ ਸਿੱਖਾਂਗਾ, ਸਾਡੇ ਨਾਲ 10 ਦਿਨ ਰਹਾਂਗਾ, ਸਾਡੀਆਂ ਆਦਤਾਂ ਮੇਰੇ ਚੱਲ ਰਹੀਆਂ। ਪਰ ਜੇ ਮੈਂ ਕਹਾਂ ਮੈਂ ਤਾਂ ਇੱਕ ਹੀ ਰਹਿਣਾ, ਕਿਸੇ ਨੂੰ ਨਹੀਂ ਮਿਲਣਾ, 10 ਦਿਨ ਮੈਂ ਇੱਕ ਕਮਰੇ 'ਚ ਰਹਾਂਗਾ, ਕੀ ਇਹਦਾ ਹੋ ਸਕਦਾ? ਨਹੀਂ ਹੋ ਸਕਦਾ। ਤਾਂ ਇੱਦਾਂ ਹੀ ਅਸੀਂ ਸੋਸ਼ਲ ਹੈ ਤਾਂ ਸੋਸ਼ਲ ਵੀ ਸਾਨੂੰ ਅਡੈਪਟ ਹੋਣਾ ਪੈਣਾ, ਸਮੇਂ ਦੇ ਹਾਣੀ ਹੋਣਾ ਪੈਣਾ, ਉਹਦੀ ਇਹ ਨੀਡ ਹੈ। ਅਸੀਂ ਬੱਚੇ ਕਰਦੇ ਚੱਕਰ ਕਰਾਂ ਕਿ ਜਿਹੜਾ ਸਿੱਖਣਾ ਹੈ ਇਹ ਨਿਰਭਰ ਕਰਦਾ ਬੰਦੇ ਦੇ। ਕੋਈ ਬੰਦਾ ਹੁੰਦਾ ਉਹ ਸਿੱਖਣਾ ਚਾਹੁੰਦਾ ਹੁੰਦਾ, ਕਈ ਬੰਦੇ ਸਿਆਣੀ ਉਮਰ 'ਚ ਜਾ ਕੇ ਵੀ ਇਹਨਾਂ ਨੂੰ ਚਾਅ ਹੁੰਦਾ, ਜਿਵੇਂ ਕਿਸੇ ਨੂੰ ਮੰਨ ਲਓ ਗੱਡੀ ਚਲਾਉਣ ਦਾ ਹੀ ਹੋਵੇ, ਉਹ ਜੇ ਆਪਾਂ ਦੇਖੀਏ ਤਾਂ 20-22 ਸਾਲ ਦਾ ਹੁੰਦਾ, ਕਈ 60 ਸਾਲ ਦੇ ਬੰਦੇ ਤੇ ਗੱਡੀ ਸਿੱਖਣੀ ਬਿਲਕੁਲ ਇਹ ਚਾਹ ਬੰਦੇ ਨੂੰ ਚਾਅ ਹੁੰਦਾ, ਕਈਆਂ ਦੀ ਸਿੱਖਣਾ ਮਜਬੂਰੀ ਹੁੰਦੀ। ਮੈਨੂੰ ਇੱਕ ਕਰਦੇ ਜੀ ਵੀ ਜਦੋਂ ਸਵਾਮੀ ਵਿਵੇਕਾਨੰਦ ਬਾਹਰ ਗਿਆ ਸੀਗੇ ਤਾਂ ਉਹ ਕਿਸ਼ਤੀ ਦੇ ਵਿੱਚ ਜਾ ਰਹੇ ਨੇ ਤਾਂ ਇੱਕ ਜਿਹੜਾ ਬਜ਼ੁਰਗ ਆ 90 ਸਾਲ ਦਾ ਉਹ ਕੋਈ ਹੋਰ ਭਾਸ਼ਾ ਸਿੱਖ ਰਿਹਾ ਹੁੰਦਾ। ਅੱਛਾ ਜੀ। ਤਾਂ ਉਹ ਪੁੱਛਦਾ ਵੀ ਇਹ ਤੂੰ ਕਾਹਤੇ ਸਿੱਖਦਾ ਹੈ? ਤਾਂ ਅਸੀਂ ਆਪਣੇ ਗਿਆਨ ਦੀ ਬਾਤ ਕਰਦੇ ਉਹ ਲੋਕਾਂ ਦੀ 80-90 ਸਾਲ ਦਾ ਪਤਾ ਨਹੀਂ ਕਾਹਨੂੰ ਮਰ ਚੁੱਕਿਆ ਹੋਊਗਾ ਵੀ ਕੀ ਲੋੜ ਆ ਉਹ ਜਿਹੜੇ ਇੰਡੀਆ ਦੇ ਲੋਕ ਨੇ ਉਹਨਾਂ ਦਾ ਵੀ ਤਾਂ ਜੋ ਹੋਵੇ ਸਿੱਖਣ ਦੀ ਕੋਈ ਉਮਰ ਨਹੀਂ। ਠੀਕ ਹੈ। ਇਹ ਆਪਾਂ ਮਤਲਬ ਕਾਫੀ ਡਿਸਕਸ਼ਨ ਹੋ ਗਈ ਹੈ, ਮਤਲਬ ਕਹਿਣ ਦਾ ਮਤਲਬ ਇਹ ਹੈ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਤੁਹਾਨੂੰ ਕੰਪਿਊਟਰ ਸਿਖਾਉਣਾ। ਮੈਂ ਪਹਿਲੇ ਹੀ ਕਿਹਾ ਸੀਗਾ ਸੋਸਾਇਟੀ ਚੇਂਜ ਆਉਗੀ ਆਉਣ ਵਾਲੇ 10 ਸਾਲਾਂ ਦੇ ਵਿੱਚ, ਤੁਸੀਂ ਦੇਖੋ ਹਾਂਜੀ ਮੈਡਮ ਬਿਲਕੁਲ। ਤੇ ਮੈਂ ਇਹ ਕਹਿੰਦਾ ਵੀ ਦੇਖੋ ਸਾਡੇ ਜਿਹੜੇ ਵੂਮਨ ਲੀਡਰਸ ਨੇ ਤੇ ਲੀਡਰਸ ਨੇ ਸਾਡੇ ਨਾਲ ਉਹ ਲੀਡ ਕਰ ਰਹੇ ਨੇ ਦੈਟਸ ਕੋਈ ਪਿੱਛੇ ਨਹੀਂ, ਇਸ 'ਚ ਕੋਈ ਦੋ ਰਾਏ ਨਹੀਂ ਹੈਗੀ, ਮਤਲਬ ਅਸੀਂ ਪਿੱਛੇ ਆ, ਲੀਡ ਸਾਡੀਆਂ ਲੇਡੀਜ਼ ਸਾਨੂੰ ਲੀਡ ਕਰਦੀਆਂ ਨੇ, ਇਹ 'ਚ ਕੋਈ ਦੋ ਰਾਏ ਨਹੀਂ। ਤੇ ਜਿੱਦਾਂ ਮੈਡਮ ਨੇ ਕਿਹਾ ਕਿ ਉਹ ਡਬਲ ਕੰਮ ਕਰਦੀਆਂ ਨੇ, ਨੋ ਡਾਊਟ ਉਹ ਡਬਲ ਕੰਮ ਕਰਦੀਆਂ ਨੇ, ਠੀਕ ਹੈ। ਚਲੋ ਉਹ 'ਚ ਕੋਈ ਉੱਥੇ ਨਾ। ਦੂਸਰਾ ਗੱਲ ਇਹ ਸੀਗਾ ਵੀ ਹੁਣ ਅਸੀਂ ਗੱਲ ਕਰ ਰਹੇ ਸੀਗੇ ਵੀ ਅਰਜੈਂਟ ਕੰਮ ਤੇ ਇੰਪੋਰਟੈਂਟ, ਉੱਥੋਂ ਨਿਕਲ ਕੇ ਆਈ ਸੀ ਨਾ ਡਿਸਕਸ਼ਨ। ਸਰ ਕਹਿੰਦੇ ਸੀਗੇ ਵੀ ਅਰਜੈਂਟ ਤਾਂ ਕੁਝ ਵੀ ਨਹੀਂ ਹੈਗਾ, ਇੰਪੋਰਟੈਂਟ ਕੁਝ ਨਹੀਂ ਹੈਗਾ, ਸਾਰਾ ਕੁਝ ਅਰਜੈਂਟ ਹੀ ਹੈ। ਤਾਂ ਸਾਡੀ ਗੱਲ ਬਿਲਕੁਲ ਸਹੀ ਹੈ, ਮੈਂ ਪੂਰਾ ਸਹਿਮਤ ਹਾਂ ਸਰ ਨਾਲ। ਤਾਂ ਮੈਂ ਸਰ ਨੂੰ ਇਹ ਕਹਾਂਗਾ ਵੀ ਜਿੰਨੇ ਉਹ ਕੰਮ ਕਰਦੇ ਆ ਸ਼ਾਇਦ ਉਹ ਬਲੌਗ 'ਚ ਲਿਖ ਪਾਉਣ ਛੋਟੇ ਛੋਟੇ ਕੰਮ ਨਾ, ਵੀ ਕੀ ਸ਼ਾਇਦ ਉਹ 'ਚ ਮੈਂ ਸਰ ਦੀ ਹੈਲਪ ਕਰਦਾ ਮੈਂ ਇਸ ਤਰੀਕੇ ਨਾਲ ਕਿ ਉਹਨੂੰ ਸ਼ਾਰਟਿੰਗ ਕਰਨ ਦੇ ਵਿੱਚ ਉਹਨੂੰ ਕਿਹੜੇ ਖਾਨੇ 'ਚ ਰੱਖਣਾ ਹੈ, ਕਿੱਥੋਂ ਕਿੱਦਾਂ ਕੱਢ ਸਕਦੇ ਹਾਂ। ਤਾਂ ਇੱਥੇ ਨਾ ਮੈਂ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਜਿੱਦਾਂ ਇਹ ਮੇਰੇ ਲਈ ਹੈ, ਜਿੱਦਾਂ ਮੈਂ ਨਾਟ ਅਰਜੈਂਟ ਕੀ ਹੈ, ਫੇਸਬੁੱਕ WhatsApp ਮੇਰੇ ਲਈ ਇੰਪੋਰਟੈਂਟ ਨਹੀਂ, ਮਤਲਬ WhatsApp ਤੇ ਸਾਡੇ ਡਿਪਾਰਟਮੈਂਟਲ ਮੈਸੇਜ ਆਉਣੇ, ਸਾਡੇ ਵੀ ਗਰੁੱਪ ਬਣੇ ਹੋਏ ਨੇ, ਮੇਰੇ ਕੋਲ 15 ਤੋਂ 20 ਗਰੁੱਪ ਹੋਣਗੇ ਜਿਨ੍ਹਾਂ ਨੂੰ ਮੈਨੂੰ ਡੇਲੀ ਦੇਖਣਾ ਪੈਂਦਾ। 15 ਤੋਂ 20 ਗਰੁੱਪ ਬਹੁਤ ਜ਼ਿਆਦਾ ਹੋਣਗੇ, ਤੁਹਾਡੇ ਵੀ ਹੋਣਗੇ 10-10 ਗਰੁੱਪ ਬਣੇ ਹੋਣਗੇ, ਡਿਸਟ੍ਰਿਕਟ ਲੈਵਲ ਦੇ, ਬਲਾਕ ਲੈਵਲ ਦੇ, ਕਲਸਟਰ ਲੈਵਲ ਦੇ, ਹੋਰ ਸਟੇਟ ਲੈਵਲ ਦੇ, ਹੋਰ ਆਪਣੇ ਗਰੁੱਪ, ਫੈਮਿਲੀ ਦੇ ਗਰੁੱਪ ਹੈ ਨਾ। ਅੱਜ ਕੱਲ੍ਹ ਫੈਮਿਲੀ ਦੇ ਗਰੁੱਪ ਵੀ ਹੈ ਨਾ, ਲੜਾਈਆਂ ਵੀ ਫੈਮਿਲੀ ਦੇ ਗਰੁੱਪ 'ਚ ਹੁੰਦੀਆਂ ਹੈ ਨਾ, ਮਜ਼ਾਕ ਵੀ ਤਾਂ ਗਰੁੱਪ ਬਹੁਤ ਕੁਛ ਕਰਵਾਉਂਦੇ ਨੇ। ਤਾਂ ਮੇਰੇ ਲਈ ਉਹ ਅਰਜੈਂਟ ਨਹੀਂ ਹੈਗਾ, ਮੈਨੂੰ ਅਰਜੈਂਟ ਨਹੀਂ ਲੱਗਦਾ। ਮੈਂ ਕਿੱਦਾਂ ਦੇਖਦਾ, ਮੈਂ ਵੀ ਕਦੋਂ ਦੇਖਣਾ ਵੀ ਸਵੇਰੇ ਉੱਠ ਕੇ WhatsApp ਨਹੀਂ ਦੇਖਣਾ, ਆਪਣੇ ਨੂੰ ਰੋਕਣਾ ਹੈ। ਮਤਲਬ ਕਈ ਵਾਰ ਤਾਂ ਹੁੰਦਾ ਹੀ WhatsApp ਨਹੀਂ ਰੋਕਣਾ, ਇਹ ਆਪ ਇੱਕ ਦਿਨ 'ਚ ਨਹੀਂ ਆਉਣੀ ਆਦਤ, ਬਟ ਦੇਖਣਾ ਹੈ। ਇੱਕ ਦੁਪਹਿਰ ਨੂੰ ਦੇਖ ਲਓ ਜਾਂ ਆਫਿਸ ਤੋਂ ਚੱਲਣ ਤੋਂ ਪਹਿਲਾਂ ਦੇਖ ਲਓ ਕੋਈ ਮੈਸੇਜ ਆਇਆ ਹੈ, ਜਾਂ ਆਪਣੀ ਜਗ੍ਹਾ ਤੇ ਪਹੁੰਚ ਕੇ ਉੱਥੇ ਦੇਖ ਲਓ, ਜਾਂ ਇੱਕ ਸ਼ਾਮ ਨੂੰ ਜਦੋਂ ਪਹੁੰਚੇ ਘਰਾਂ ਉਸ ਟਾਈਮ ਦੇ ਵੀ ਤੁਹਾਨੂੰ ਪਤਾ ਲੱਗ ਜਾਵੇ ਕੀ ਹੋ ਰਿਹਾ ਹੈ ਬਾਕੀ ਦੁਨੀਆ ਦੇ ਸਾਡੇ ਬੰਦਿਆਂ ਦੇ ਨਾਲ। ਮੈਂ ਇਹੀ ਗੱਲ ਮੈਂ ਆਪਣੀ ਗੱਲ ਕਰ ਰਿਹਾ ਸਰ, ਮੈਂ ਤੁਹਾਡੀ ਗੱਲ ਤੇ ਆਵਾਂਗਾ ਸਰ, ਤੁਹਾਡੀ ਗੱਲ ਤੇ ਆਵਾਂਗਾ। ਇਹ ਮੇਰੇ ਲਈ ਹੈ, ਇਹ ਮੇਰੇ ਲਈ ਹੈ। ਸ਼ਾਇਦ ਤੁਹਾਡਾ ਜਿਹੜਾ ਇਹਦੇ ਨਾਲ ਰੂਟੀਨ ਹੈ ਉਹ ਮਤਲਬ ਇੱਥੇ ਯਾਰ ਫੇਸਬੁੱਕ ਆਉਂਦਾ ਹੋਵੇ, WhatsApp ਨਾ ਆਉਂਦਾ ਹੋਵੇ, ਹੈ ਨਾ। ਫੇਸਬੁੱਕ ਮੇਰੇ ਲਈ ਆਉਂਦਾ, ਅਸੀਂ ਜਿੱਦਾਂ ਹੁਣ ਮੈਂ ਆਹ ਇਵੈਂਟ ਹੋਈ ਹੈ ਇਹਦੀ ਅਸੀਂ ਇੱਕ ਫੋਟੋ ਲੈ ਕੇ ਫੇਸਬੁੱਕ ਪੇਜ 'ਤੇ ਪਾਉਣੀ ਹੈ, ਮਤਲਬ ਉਹਨਾਂ ਨੂੰ ਮੈਂ ਦੇਖਾਂਗਾ। ਉਸ ਤੋਂ ਜ਼ਿਆਦਾ ਅਗਰ ਮੈਂ ਦੇਖ ਰਿਹਾ ਫੇਸਬੁੱਕ ਨੂੰ, ਉਹ ਮੇਰੀ ਗਲਤੀ ਹੈ, ਪਰ ਮੇਰੀ ਗਲਤੀ ਹੋਊਗੀ, ਮੈਂ ਉਹਨੂੰ ਮਿਸਯੂਜ਼ ਕਰ ਰਿਹਾ ਹੈ ਨਾ। ਤੇ WhatsApp ਦਾ ਮੇਰੇ ਅਗਰ ਘੰਟਾ ਲੱਗਣਾ ਚਾਹੀਦਾ, ਜੇ ਮੈਂ WhatsApp ਦੇ ਉੱਤੇ 2 ਘੰਟੇ ਲਾਤੇ, ਹੋਰ ਵੀਡੀਓ ਵੀ ਦੇਖਣੀ ਆ, ਜਿਹੜੇ ਗਰੁੱਪ ਸੀਗੇ ਜਿਨ੍ਹਾਂ 'ਤੇ ਮੈਂ ਧੱਕੇ ਨਾਲ ਬਾੜਿਆ ਹੋਇਆ
ਹਾਂ ਉਹ ਵੀ ਖੋਲ ਕੇ ਦੇਖਣ ਲੱਗ ਗਿਆ, ਮੈਂ ਸ਼ਾਰਟਕਟ ਨਹੀਂ ਕਰ ਪਾਇਆ, ਮੈਂ ਉਹਨਾਂ ਨੂੰ ਦੇਖ ਨਹੀਂ ਪਾਇਆ, ਇਹ ਜ਼ਰੂਰੀ ਨਹੀਂ ਸੀ, ਪਰ ਉਹ ਮੇਰੀ ਗਲਤੀ ਹੈ। ਬਟ ਉੱਥੇ ਮੇਰੇ ਲਈ ਨੋਟ ਅਰਜੈਂਟ ਹੈ, ਮਤਲਬ ਮੈਨੂੰ ਦੇਖ ਸਕਦਾ। ਹੁਣ ਅਰਜੈਂਟ ਕੀ ਹੈ, ਕੁਝ ਚੀਜ਼ਾਂ ਇੱਕਦਮ ਫਿਕਸਡ ਨੇ ਜਿਹੜੇ, ਹੈ ਨਾ, ਕੁਝ ਚੀਜ਼ਾਂ ਮੇਰੇ ਲਈ ਫਿਕਸਡ ਨੇ। ਹੁਣ ਜਿੱਦਾਂ ਕਿ ਡੇਲੀ ਦੇ ਜਿਹੜੇ ਪ੍ਰੋਸੈਸ ਨੇ, ਫੀਲਡ ਵਿਜ਼ਿਟ ਨੇ, ਉਹ ਅਰਜੈਂਟ ਵੀ ਨੇ, ਤੇ ਉਹ ਮਤਲਬ ਕੁਝ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਮੈਨੂੰ ਕਰੇ ਵੀ ਨਾ, ਮਤਲਬ ਇਮੀਡੀਏਟਲੀ ਕਰਨਾ ਹੀ ਪੈਣਾ, ਉਹਨਾਂ ਦੇ ਰਿਸਪੌਂਡ ਕਰਨੇ ਪੈਣੇ, ਕਾਲਸ ਆ ਗਈਆਂ ਉਹਨਾਂ ਦੇ ਰਿਸਪੌਂਡ ਕਰਨੇ ਹੀ ਪੈਣੇ। ਮੈਨੂੰ ਡੀਓ ਸਰ ਦੀ ਕਾਲ ਆ ਗਈ, ਡੀਓ ਸਰ ਕਹਿਣਗੇ ਵੀ ਅੱਜ ਤੁਹਾਡੀ ਇੱਥੇ ਜ਼ਰੂਰਤ ਹੈ, ਤੁਸੀਂ ਇੱਥੇ ਆਓ, ਜਾਂ ਡਾਈਟ ਤੋਂ ਆਫਿਸ ਆ, ਡਾਈਟ ਤੋਂ ਫੋਨ ਆ ਗਿਆ ਕਿ ਬਿੰਦਰ ਤੁਹਾਡੀ ਨੀਡ ਹੈ ਇੱਥੇ, ਇੱਥੇ ਆਓ, ਹੈ ਨਾ, ਜਾਂ ਸਟੇਟ ਤੋਂ ਕੋਈ ਫੋਨ ਆ ਗਿਆ ਉੱਥੇ ਆਓ, ਹੈ ਨਾ, ਤਾਂ ਉਹ ਮੇਰੇ ਲਈ ਇਮੀਡੀਏਟ ਹੈ ਨਾ, ਤਾਂ ਬਟ ਇੰਪੋਰਟੈਂਟ ਨਹੀਂ ਹੈਗਾ। ਜਿੱਦਾਂ ਹੁਣ ਮੇਰੇ ਲਈ ਕੁਝ ਚੀਜ਼ਾਂ ਇੰਪੋਰਟੈਂਟ ਵੀ ਨੇ ਬਟ ਅਰਜੈਂਟ ਨਹੀਂ ਹੈ। ਮੇਰੀ ਸਿਹਤ, ਜੇ ਮੈਂ ਸਿਹਤਮੰਦ ਰਹੂੰਗਾ ਤਾਂ ਹੀ ਸਾਰਾ ਕੁਛ ਹੈ ਜੀ। ਹੁਣ ਮੇਰੀ ਸਿਹਤ ਤੁਹਾਡੇ ਲਈ ਕੀ ਹੈ, ਅਰਜੈਂਟ ਹੈ ਜਾਂ ਇੰਪੋਰਟੈਂਟ ਹੈ? ਇੰਪੋਰਟੈਂਟ ਹੈ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਨਾ। ਹੁਣ ਜੇ ਮੈਂ ਐਕਸਰਸਾਈਜ਼ ਨਹੀਂ ਕਰੂੰਗਾ ਤਾਂ ਮੇਰੀ ਸਿਹਤ ਕਿਆ ਹੋਊਗੀ, ਖਰਾਬ। ਬਟ ਮੈਨੂੰ ਅਰਜੈਂਟ ਨਹੀਂ ਲੈਂਦਾ, ਮੇਰੇ ਲਈ ਇੰਪੋਰਟੈਂਟ ਹੈ। ਹੁਣ ਇੰਪੋਰਟੈਂਟ ਕੰਮ ਨੂੰ ਕਿੱਦਾਂ ਕੰਮ ਕਰਨਾ, ਐਲੋਕੇਸ਼ਨ ਕਰਨੀ, ਉਹ ਸਾਡੇ ਤੇ। ਸਪੈਂਡਿੰਗ ਟਾਈਮ ਵਿਦ ਲਵ ਵਨ, ਮਤਲਬ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਸਮਾਂ ਬਿਤਾਉਣਾ, ਉਹ ਇੰਪੋਰਟੈਂਟ ਹੈ ਕਿ ਅਰਜੈਂਟ ਹੈ? ਇੰਪੋਰਟੈਂਟ ਹੈ, ਜ਼ਰੂਰੀ ਹੈ। ਪਹਿਲੇ ਹੀ ਮੈਂ ਗੱਲ ਕਰਾਂ, ਅਸੀਂ ਸੋਸ਼ਲ ਹੈ ਤਾਂ ਹੀ ਹੋਣਗੇ ਜੇ ਅਸੀਂ ਇੱਕ ਦੂਜੇ ਨਾਲ ਘੁਲੂ ਮਿਲਣਗੇ ਨਹੀਂ, ਇੱਕ ਦੂਜੇ ਨੂੰ ਮਿਲੂਗੇ ਨਹੀਂ। ਜਿਹੜਾ ਸਾਨੂੰ ਬਿਹਤਰ ਜਾਣਦਾ, ਸਾਡਾ ਕੋਈ ਫਾਸਟ ਫਰੈਂਡ ਹੈ, ਸਾਡਾ ਕੋਈ ਦੋਸਤ ਹੈ, ਪੱਕਾ ਪੂਰਾ ਮਿੱਤਰ ਹੈ ਨਾ, ਸਰ ਉਹਨੂੰ ਹਫ਼ਤੇ ਬਾਅਦ ਕਾਲ ਕਰਦੇ, ਹਾਂ ਵੀ ਕੀ ਹਾਲ ਚਾਲ ਹੈ, ਮੇਰਾ ਤਾਂ ਇੱਥੇ, ਮੈਂ ਤਾਂ ਇੱਥੇ ਹਾਂ, ਤੁਸੀਂ ਕਿੱਥੇ ਹਾਂ, ਨਾ, ਮਤਲਬ ਕਰਦੇ ਹੋਗੇ ਸਰ। ਮਤਲਬ ਤੁਸੀਂ ਆਪਣੇ ਫਰੈਂਡ ਨਾਲ ਕਰਦੇ ਹੋ, ਕਈਆਂ ਦਾ ਆਪਣੇ ਪੇਰੈਂਟਸ ਨਾਲ ਹੁੰਦਾ, ਘਰ ਜਾ ਕੇ ਆਪਣੇ ਮਾਤਾ ਪਿਤਾ ਨਾਲ ਗੱਲ ਕਰਦੇ ਕਿ ਅੱਜ ਮੈਂ ਦਿਨ 'ਚ ਕਿਆ ਕੀਤਾ, ਕਿਉਂਕਿ ਬਿਨਾਂ ਦਿਨ ਪੂਰਾ ਨਹੀਂ ਹੁੰਦਾ। ਵੀ ਇਹ ਸਾਡੇ ਲਈ ਇੰਪੋਰਟੈਂਟ ਨੇ, ਇਹਦੇ ਬਿਨਾਂ ਮੈਂ ਜੀ ਨਹੀਂ ਸਕਦਾ, ਹੈਗਾ ਨਾ। ਆਪਣੇ ਬੱਚਿਆਂ ਨਾਲ, ਜਿੱਦਾਂ ਹੁਣ ਤੁਸੀਂ ਕਹੋਗੇ ਮੇਰੇ ਬੱਚੇ ਹੈ, ਮੈਂ ਬੱਚੇ ਨੂੰ ਪੁੱਛੂਗਾ ਘਰ ਜਾ ਕੇ ਤੂੰ ਸਕੂਲ 'ਚ ਕੀ ਕੀਤਾ ਹੈ, ਇਹ ਇੰਪੋਰਟੈਂਟ ਹੈ, ਇਹ ਅਰਜੈਂਟ ਨਹੀਂ। ਜੇ ਤੁਸੀਂ ਨਹੀਂ ਪੁੱਛੋਗੇ ਤਾਂ ਬੱਚੇ ਦਾ ਤੁਹਾਡੇ ਦਾ ਆਪਸ ਵਿੱਚ ਜਿਹੜਾ ਸੰਬੰਧ ਹੈ ਉਹ ਵਿਗੜ ਜੂਗਾ, ਅਗਰ ਉਸ ਤਰੀਕੇ ਦਾ ਨਹੀਂ ਹੋਊਗਾ, ਤੁਸੀਂ ਬੱਚੇ ਨਾਲ ਗੱਲਬਾਤ ਨਹੀਂ ਕਰੋਗੇ ਸ਼ਾਇਦ, ਹੈ ਨਾ। ਉਸ ਲਈ ਇੰਪੋਰਟੈਂਟ ਨਹੀਂ ਵੀ ਹੋਊਗਾ, ਬਟ ਮੇਰੇ ਲਈ ਤਾਂ ਹੈਗਾ, ਹੈ ਨਾ। ਲਰਨਿੰਗ ਐਂਡ ਪ੍ਰੋਫੈਸ਼ਨਲ ਡਿਵੈਲਪਮੈਂਟ, ਮੇਰੀ ਜਿਹੜੀ ਲਰਨਿੰਗ ਆ ਉਹ ਰੁਕੇ ਨਾ, ਮੈਂ ਕੁਝ ਨਾ ਕੁਝ ਸਿੱਖਦਾ ਰਹਾਂ, ਛੋਟੇ ਛੋਟੇ ਕੋਰਸਿਸ ਕਰਦਾ ਰਹਾਂ, ਚਾਹੇ ਮੈਂ ਮਹੀਨੇ ਬਾਅਦ ਇੱਕ ਕੋਰਸ ਕਰਾਂ, ਚਾਹੇ 6 ਮਹੀਨੇ 'ਚ ਇੱਕ ਕੋਰਸ ਕਰਾਂ, ਪਰ ਮੈਂ ਕਰੂੰਗਾ ਜ਼ਰੂਰ, ਲਿਖਣਾ ਹੈ, ਉਹ ਮੇਰੇ ਲਈ ਇੰਪੋਰਟੈਂਟ ਹੈ। ਅਰਜੈਂਟ ਨਹੀਂ, ਅਰਜੈਂਟ ਇਹ ਨਹੀਂ ਹੈਗਾ ਕਿਸੇ ਨੇ ਮੈਨੂੰ ਕਿਹਾ, ਜਦੋਂ ਉਹਨੂੰ ਨਿਸ਼ਟਾ 'ਤੇ ਆ ਜਾਂਦੇ ਜਾਂ ਉਹਤੇ ਆ ਜਾਂਦੇ ਵੀ ਕੋਰਸ ਕਰਨੇ, ਉਹ ਕਿਸੇ ਨੇ ਕਹਿਤਾ, ਉਹ ਤਾਂ ਤੁਸੀਂ ਡਿਪਾਰਟਮੈਂਟ ਦੀ ਅਥਾਰਟੀ ਹੈ, ਉਹ ਅਰਜੈਂਟ ਹੈ, ਉਹ ਅਰਜੈਂਟ ਹੈ, ਉਹ ਇੰਪੋਰਟੈਂਟ ਨਹੀਂ। ਇੰਪੋਰਟੈਂਟ ਉਸ ਬੰਦੇ ਲਈ ਹੋ ਸਕਦਾ ਜਿਹੜਾ ਆਪਣੇ ਆਪ ਕਰ ਰਿਹਾ ਹੋਵੇ, ਹੈ ਨਾ, ਬਟ ਇੰਪੋਰਟੈਂਟ ਹੈ ਵੀ ਆ। ਇੰਪੋਰਟੈਂਟ ਇਹ ਹੈ ਕਿ ਤੁਹਾਨੂੰ ਜਿਹੜਾ ਲਰਨਿੰਗ ਹੋ ਰਹੀ ਹੈ, ਜੇ ਬੰਦਾ ਉਹਨੂੰ ਸਮਝੇ। ਹੁਣ ਜੇ ਤਰੀਕੇ ਨਾਲ ਹੁਣ ਕੋਰਸ ਹੋ ਰਹੇ ਆ, ਉਹ ਤੁਹਾਨੂੰ ਪਤਾ ਕਿੱਦਾਂ ਹੁੰਦੇ ਆ ਕੋਰਸ, ਆਪਾਂ ਨੂੰ ਨਾ ਇੱਕ ਦੂਜੇ ਦੀ ਭਾਗੀਦਾਰੀ ਨਾਲ ਆਪਾਂ ਕੋਰਸ ਕਰਦੇ ਹਾਂ, ਜਸਟ ਆਪਾਂ ਨੂੰ ਸਰਟੀਫਿਕੇਟ ਤੱਕ ਮਤਲਬ ਹੁੰਦਾ ਹੈਗਾ, ਕਿਉਂਕਿ ਉਹ ਟਾਈਮ ਦਾ ਕੁਝ ਹੈਗਾ ਨਹੀਂ। ਇਹ ਬੋਲੇ ਇਹ ਕਿਆ ਹੈ ਅਰਜੈਂਟ ਸਿਗਨਲ ਹੀ ਅਰਜੈਂਟ ਹੈ। ਲੈ ਲਿਆ ਸਰ, ਤੁਸੀਂ ਲਓ। ਬਸ ਮੈਂ ਤਾਂ ਲਾਸਟ ਹੀ ਲਾਉਂਗਾ ਜੀ, ਹੁਣ ਮੈਂ ਭੁੱਲ ਜਾਵਾਂਗਾ, ਮੇਰੇ ਲਈ ਕੋਈ ਇੰਪੋਰਟੈਂਟ ਇਹ ਮੇਰੇ ਲਈ ਐਮਰਜੈਂਸੀ ਨਹੀਂ ਹੈਗੀ, ਮੇਰੇ ਲਈ ਤਾਂ ਇਹ ਮਤਲਬ ਆ ਇੱਧਰ ਐਮਰਜੈਂਸੀ ਹੈ, ਇੰਪੋਰਟੈਂਟ ਹੈ, ਠੀਕ ਹੈ। ਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਕੁਝ ਚੀਜ਼ਾਂ ਮੇਰੇ ਲਈ ਅਰਜੈਂਟ ਨਹੀਂ ਹੈ, ਬਟ ਉਹ ਕਰਨੀਆਂ ਜ਼ਰੂਰੀ ਹੈ। ਅੱਛਾ, ਇਹ ਚੀਜ਼ਾਂ ਮੇਰੇ ਲਈ ਹੈ, ਫਿਰ ਮੈਂ ਦੁਬਾਰਾ ਦੁਹਰਾ ਰਿਹਾ, ਮੇਰੇ ਲਈ ਹੈ, ਤੁਹਾਡੇ ਲਈ ਕੁਝ ਹੋਰ ਹੋ ਸਕਦਾ, ਜੈਸਮੀਨ ਲਈ ਕੁਝ ਹੋਰ ਹੋ ਸਕਦਾ ਹੈ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਕੁਝ ਚੀਜ਼ਾਂ ਇੰਪੋਰਟੈਂਟ ਵੀ ਨੇ, ਅਰਜੈਂਟ ਵੀ ਨੇ। ਤਾਂ ਦੇਖੋ, ਪ੍ਰੋਵਾਈਡਿੰਗ ਡਿਸਟ੍ਰਿਕਟ ਲੈਵਲ ਡਾਟਾ ਇਮੀਡੀਏਟਲੀ, ਤਾਂ ਹੁਣ ਸਾਰੇ ਗੱਲ ਕਰ ਰਹੇ ਸੀਗੇ, ਉਹ ਕੀ ਹੈ? ਡਾਟਾ ਜਿਹੜਾ ਪਹੁੰਚਾਉਣਾ, ਕਿਸੇ ਨੇ ਡਾਟਾ ਮੰਗ ਲਿਆ ਕਿਸੇ ਵੀ ਤਰ੍ਹਾਂ ਦਾ, ਜੇ ਡਾਕਾਂ ਦਾ, ਮਿਡ ਡੇ ਮੀਲ ਦਾ, ਕਿਤਾਬਾਂ ਦਾ, ਇਨਫਰਾਸਟ੍ਰਕਚਰ ਦਾ, ਹੈ ਨਾ, ਕੁਝ ਵੀ ਹੈ, ਜਾਂ ਜੀਓ ਜੀ ਆ ਗਿਆ ਉਹਨੂੰ ਡਾਟਾ ਦੇਣਾ ਹੈ, ਸਰਪੰਚ ਆ ਗਿਆ ਉਹਨੂੰ ਡਾਟਾ ਦੇਣਾ, MLA ਆ ਗਿਆ ਡਾਟਾ ਦੇਣਾ, ਸਟੇਟ ਤੋਂ ਕਾਲ ਆ ਗਈ